दीपमाल का जय कहाँ, ज्वल तुम शाल के बचार। पावत तार फुलेर की, किदों कृत को जार। दोहरा दीपमाल का जय कहाँ। वाहिगुरु जी का खालसा, वाहिगुरु जी की फतेह। सत्कारयोग सतगुਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ, ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲ ਰਿਹਾ ਹੈ। ਸਤਿਗੁਰੂ ਜੀ ਦੀ ਰੱਬੀ ਬਾਣੀ ਦੇ ਕੀਰਤਨ ਤਥਾ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸਤਿਗੁਰਾਂ ਦੀ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ ਹਾਜ਼ਰੀਆਂ ਲਵਾ ਰਹੇ ਹਾਂ। ਦਸਮੇਸ਼ ਪਿਤਾ ਕਲਗੀਆਂ ਵਾਲੇ ਪਾਤਸ਼ਾਹ, ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਸਰਬੰਸਦਾਨੀ ਸਾਹਿਬੇ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਸੱਚਖੰਡ ਪਿਆਨਾ ਕਰਨ ਦਾ ਪ੍ਰਸੰਗ ਪਿਛਲੇ ਕਈ ਦਿਨਾਂ ਤੋਂ ਆਰੰਭ ਹੋਇਆ ਹੈ। ਸਤਿਗੁਰੂ ਸਾਹਿਬ ਜੀ ਕਿਵੇਂ ਨੌ ਨੰਦ ਨੰਦੇੜ ਦੀ ਧਰਤੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਸੱਚਖੰਡ ਜਾਣ ਦੀ ਤਿਆਰੀ ਕਰਦੇ ਹਨ। ਸੱਚਖੰਡ ਜਾਣ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਮਹਾਨ ਯੱਗ, ਲੰਗਰ ਭੰਡਾਰਾ ਗੁਰੂ ਕੀਆਂ ਸੰਗਤਾਂ ਵਾਸਤੇ ਕੀਤਾ ਹੈ। ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਗਏ ਹਨ। ਹਰ ਭੇਖ ਦੇ ਸਾਧੂ ਮਹਾਤਮਾ, ਹਰ ਇੱਕ ਮਨੁੱਖ ਮਾਤਰ ਨੂੰ ਇਸ ਯੱਗ ਦੇ ਵਿੱਚ, ਇਸ ਲੰਗਰ ਦੇ ਵਿੱਚ ਆਮੰਤਰਿਤ ਕੀਤਾ ਗਿਆ ਹੈ। ਸਭ ਨੂੰ ਬ੍ਰਹਮ ਭੋਜ ਗੁਰੂ ਕੇ ਖਾਲਸਿਆਂ ਨੇ ਖੁੱਲ੍ਹੇ ਗੱਫੇ ਵਰਤਾਏ ਹਨ। ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਨੇ ਸੱਚਖੰਡ ਜਾਣ ਤੋਂ ਪਹਿਲਾਂ ਸੰਗਤਾਂ ਦੇ ਬੇਨਤੀ ਕਰਨ ਦੇ ਉੱਤੇ ਕਿ ਮਹਾਰਾਜ, 9 ਪਾਤਸ਼ਾਹੀਆਂ ਜਦੋਂ ਇਸ ਸੰਸਾਰ ਤੋਂ ਗਈਆਂ ਆਪੋ ਆਪਣੇ ਸਮੇਂ ਵਿੱਚ, ਤਾਂ ਉਹ ਸੰਗਤਾਂ ਨੂੰ ਕਿਸੇ ਨਾ ਕਿਸੇ ਅਗਲੇ ਉੱਤਰਾਧਿਕਾਰੀ ਦੇ, ਅਗਲੇ ਗੁਰੂ ਦੇ ਲੜ ਲਾ ਕੇ ਜਾਂਦੇ ਰਹੇ ਹਨ। ਆਪ ਜੀ ਸੰਗਤਾਂ ਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ, ਕਿਸ ਦੇ ਕੋਲੋਂ ਸੰਗਤਾਂ ਆਪਣੀਆਂ ਭਾਵਨਾਵਾਂ ਪੂਰੀਆਂ ਕਰਿਆ ਕਰਨਗੀਆਂ, ਕਿਸ ਦਾ ਉਪਦੇਸ਼ ਸੁਣ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਰੁਸ਼ਨਾਵਾਂਗੇ, ਕਿਸ ਦੀ ਸਿੱਖਿਆ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸੰਵਾਰਾਂਗੇ। ਤੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰਵਾ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਿੱਛੇ ਗੁਰੂ ਸਾਹਿਬਾਨਾਂ ਤੋਂ ਚੱਲ ਰਹੀ ਮਰਿਆਦਾ ਦੇ ਵਾਂਗ ਹੀ 5 ਪੈਸੇ ਨਾਰੀਅਲ ਰੱਖ ਕੇ 5 ਪਰਿਕਰਮਾ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਖਾਲਸਿਆਂ ਨੂੰ ਹੁਕਮ ਕੀਤਾ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜਾਗ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮਹਿ ਲੇਹ। ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਇ, ਖੁਆਰ ਹੋਏ ਸਭ ਮਿਲਹਿੰਗੇ ਬਚੇ ਸ਼ਰਨ ਜੋ ਹੋਏ। ਇਹ ਜੋ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਸ਼ਬਦ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹਜ਼ੂਰੀਆ ਸਿੱਖ ਸੇਵਕ ਭਾਈ ਹਰ ਸਿੰਘ ਜੀ, ਉਹਨਾਂ ਦੀ ਡਾਇਰੀ ਜੋ ਤੋਸ਼ੇਖਾਨੇ ਦੇ ਵਿੱਚੋਂ ਮਿਲੀ, ਉਸ ਦੇ ਵਿੱਚ ਗੁਹਜ ਗਾਥਾ ਦੇ ਵਿੱਚ, ਗੁਹਜ ਪੋਥੀ ਦੇ ਵਿੱਚ ਇਹ ਵਚਨ ਅੰਕਿਤ ਹੋਏ ਹੋਏ ਮਿਲਦੇ ਹਨ। ਸੋ ਸਤਿਗੁਰੂ ਸਾਹਿਬ ਜੀ ਨੇ ਕੱਤਕ ਦੀ ਦੂਜ ਨੂੰ, ਚਾਨਣੇ ਪੱਖ ਦੀ ਦੂਜ ਦੀ ਥਿੱਤ ਨੂੰ, ਕੱਤਕ ਸੁਦੀ ਦੂਜ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਅਰਪਣ ਕੀਤੀ। ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾ ਕੇ ਆਖਿਆ ਕਿ ਭਾਈ, ਅੱਜ ਤੋਂ ਬਾਅਦ ਕਿਸੇ ਨੇ ਕਿਸੇ ਵੀ ਸਰੀਰ ਦੇ ਨਾਲ ਨਹੀਂ ਜੁੜਨਾ, ਬਲਕਿ ਸਭ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਉਪਦੇਸ਼ ਲੈਣਾ। ਔਰ ਜੇਕਰ ਸਾਡੇ ਸਰੀਰ ਕਰਕੇ ਕਿਸੇ ਦੇ ਮਨ ਵਿੱਚ ਭਾਵਨਾ ਹੋਵੇ ਕਿ ਅਸੀਂ ਸੇਵਾ ਕਰਨੀ ਹੈ, ਤੇ ਰਹਿਤ ਦੇ ਵਿੱਚ ਤਿਆਰ ਬਰ ਤਿਆਰ 5 ਪਿਆਰਿਆਂ ਨੂੰ ਆਪਣੇ ਘਰ ਬੁਲਾ ਕੇ ਪ੍ਰਸ਼ਾਦਾ ਛਕਾਉਣਾ, ਵਸਤਰ ਭੇਟ ਕਰਨੇ, ਉਹਨਾਂ ਦੇ ਪਾਸੋਂ ਅਰਦਾਸ ਬੇਨਤੀ ਕਰਾਉਣੀ, 5 ਪ੍ਰਵਾਨ 5 ਪ੍ਰਧਾਨ, 5 ਵਿੱਚ ਮੇਰਾ ਵਾਸਾ ਹੋਵੇਗਾ। ਖਾਲਸਾ ਗੁਰੂ ਹੈ, ਗੁਰੂ ਖਾਲਸਾ ਹੈ। ਇਸੇ ਤਰ੍ਹਾਂ ਆਤਮਿਕ ਸੋਝੀ ਦੇ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਨੀ, ਹਮੇਸ਼ਾ ਸ਼ਸਤਰ ਧਾਰੀ ਤਿਆਰ ਬਰ ਤਿਆਰ ਰਹਿਣਾ, ਸ਼ਸਤਰ ਵਿਦਿਆ ਨੂੰ ਤੇ ਸ਼ਸਤਰ ਨੂੰ ਕਦੇ ਵੀ ਵਿਸਾਰਨਾ ਨਹੀਂ। ਸ਼ਸਤਰ ਅਤੇ ਸ਼ਾਸਤਰ ਦੋਵਾਂ ਦੇ ਨਾਲ ਸਤਿਗੁਰੂ ਦੇ ਖਾਲਸੇ ਨੇ ਜੁੜ ਕੇ ਰਹਿਣਾ ਹੈ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨੈ। ਮੜੀਆਂ ਮਸਾਣਾਂ ਨੂੰ, ਕਬਰਾਂ ਨੂੰ ਗੁਰੂ ਕੇ ਸਿੱਖ ਨੇ ਕਦੇ ਭੁੱਲ ਕੇ ਵੀ ਮੱਥਾ ਨਹੀਂ ਟੇਕਣਾ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਬਣਨਾ ਹੈ। ਇਸ ਪ੍ਰਕਾਰ ਬਹੁਤ ਸਾਰਾ ਉਪਦੇਸ਼ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੀਆਂ ਸੰਗਤਾਂ ਨੂੰ ਹੌਸਲਾ ਦਿੱਤਾ, ਧੀਰਜ ਦਿੱਤਾ। ਸਿੱਖ ਬਰਾਗ ਕਰਦੇ ਹਨ, ਮਹਾਰਾਜ ਆਪ ਜੀ ਸਾਨੂੰ ਛੱਡ ਕੇ ਜਾ ਰਹੇ ਹੋ, ਇੰਨੀ ਦੂਰ ਵਿਦੇਸ਼ ਦੇ ਵਿੱਚ ਅਸੀਂ ਆਪਣੇ ਘਰਾਂ ਬਾਰਾਂ ਨੂੰ ਤਿਆਗ ਕੇ ਤੁਹਾਡੇ ਨਾਲ ਇੱਥੇ ਆਏ, ਪਰ ਆਪ ਜੀ ਇੱਥੇ ਸਾਨੂੰ ਕਿਸ ਦੇ ਆਸਰੇ ਛੱਡ ਕੇ ਜਾ ਰਹੇ ਹੋ? ਤੋ ਸਤਿਗੁਰੂ ਨੇ ਬਚਨ ਕੀਤੇ, ਤੁਹਾਡਾ ਆਸਰਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਵਾਹਿਗੁਰੂ ਦੇ ਆਸਰੇ ਗੁਰਬਾਣੀ ਦੇ ਲੜ ਤੁਹਾਨੂੰ ਲਾ ਦਿੱਤਾ ਹੈ। ਸੋ ਇਸ ਕਰਕੇ ਕਿਸੇ ਨੇ ਵੀ ਮਨ ਦੇ ਵਿੱਚ ਕੋਈ ਸ਼ੋਕ ਨਹੀਂ ਕਰਨਾ, ਕਿਸੇ ਨੇ ਵੀ ਮਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਗਮ ਨਹੀਂ ਰੱਖਣਾ, ਕਿਉਂਕਿ ਵਿਛੋੜਾ ਔਰ ਮਿਲਾਪ ਇਹ ਸਰੀਰਾਂ ਦੇ ਨਾਲ ਹੀ ਬਣੇ ਹਨ। ਸੰਜੋਗ ਅਤੇ ਵਿਜੋਗ ਦੀ ਜਿਹੜੀ ਖੇਡ ਹੈ ਇਹ ਸਰੀਰਾਂ ਦੇ ਨਾਲ ਹਮੇਸ਼ਾ ਚੱਲਦੀ ਹੈ, ਤੇ ਅੱਜ ਤੱਕ ਸਰੀਰ ਕਿਸੇ ਦਾ ਵੀ ਇਸ ਧਰਤੀ ਦੇ ਉੱਤੇ ਸਥਿਰ ਨਹੀਂ ਰਿਹਾ ਹੈ। ਚਾਹੇ ਕੋਈ ਔਲੀਆ ਹੈ, ਅਵਤਾਰ ਹੈ, ਕੋਈ ਪੀਰ ਪੈਗੰਬਰ ਹੈ, ਚਾਹੇ ਕੋਈ ਆਮ ਇਨਸਾਨ ਹੈ, ਸਰੀਰ ਕਰਕੇ ਹਰ ਇੱਕ ਨੂੰ ਇੱਕ ਨਾ ਇੱਕ ਦਿਨ ਵਿਛੜਨਾ ਪੈਂਦਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਜਿਹੜਾ ਵੀ ਪੈਦਾ ਹੋਇਆ ਇੱਕ ਨਾ ਇੱਕ ਦਿਨ ਉਸ ਦਾ ਵਿਨਾਸ਼ ਵੀ ਇਹ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਮੁਤਾਬਕ ਹੁੰਦਾ ਹੀ ਆਇਆ ਹੈ। ਇਸ ਕਰਕੇ ਤੁਸੀਂ ਕਿਸੇ ਪ੍ਰਕਾਰ ਦਾ ਵੈਰਾਗ ਨਹੀਂ ਕਰਨਾ, ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣਾ ਹੈ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੀਆਂ ਸੰਗਤਾਂ ਨੂੰ, ਸਿੰਘਾਂ ਨੂੰ ਹੁਕਮ ਕਰਕੇ ਉਹ ਚੰਦਨ ਦੀ ਲੱਕੜ ਦੀ ਚਿਖਾ ਚਣਵਾ ਲਈ, ਆਸੇ ਪਾਸੇ ਉਸ ਦੇ ਕਨਾਤ ਲਗਵਾ ਦਿੱਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣੇ ਜੋ ਵਿਸ਼ੇਸ਼ ਤਬੇਲੇ ਦੇ ਵਿੱਚ ਘੋੜਿਆਂ ਦੀ ਸੇਵਾ ਕਰਨ ਵਾਲਾ ਸੇਵਾਦਾਰ ਸੀ, ਜਿਸ ਤਬੇਲੇ ਵਿੱਚ ਸਤਿਗੁਰੂ ਜੀ ਦੀ ਸਵਾਰੀ ਵਾਲੇ ਘੋੜੇ ਬੰਨੇ ਹੁੰਦੇ ਸਨ, ਉਹ ਘੋੜਿਆਂ ਦੇ ਸੇਵਾਦਾਰ ਨੂੰ ਕੋਲ ਬੁਲਾ ਕੇ ਹੁਕਮ ਕੀਤਾ ਕਿ ਗੁਰੂ ਕੇ ਸਿੱਖਾ, ਜਾਂ ਸਾਡਾ ਜੋ ਵਿਸ਼ੇਸ਼ ਤਬੇਲਾ ਹੈ, ਸਾਡੇ ਅਸਵਾਰੀ ਵਾਲੇ ਜਿੱਥੇ ਘੋੜੇ ਹਨ, ਉਹਨਾਂ ਸਾਰਿਆਂ ਦੇ ਸਰੀਰਾਂ ਨੂੰ ਚੰਗੀ ਤਰ੍ਹਾਂ ਸੁਧਾਰ, ਖਰਖਰਾ ਫੇਰ ਚੰਗੀ ਤਰ੍ਹਾਂ ਤਿਆਰ ਬਰ ਤਿਆਰ ਕਰਕੇ ਉਹਨਾਂ ਨੂੰ ਚੰਗੇ, ਉਹਨਾਂ ਦੇ ਉੱਤੇ ਸੋਹਣੇ ਵਸਤਰ ਪਾ ਕੇ ਕਾਠੀਆਂ ਸਜਾ ਦੇਵੋ, ਚੰਗੀਆਂ ਲਗਾਮਾਂ ਪਾ ਕੇ ਘੋੜਿਆਂ ਨੂੰ ਤਿਆਰ ਬਰ ਤਿਆਰ ਕਰਕੇ ਆਓ। ਸਤਿਗੁਰੂ ਦਾ ਬਚਨ ਮੰਨ ਕੇ ਗੁਰੂ ਕਾ ਸਿੱਖ ਗਿਆ। ਜਿੰਨੇ ਸਤਿਗੁਰੂ ਜੀ ਦੇ ਅਸਵਾਰੀ ਵਾਲੇ ਘੋੜੇ ਸਨ, ਸਾਰਿਆਂ ਨੂੰ ਤਿਆਰ ਬਰ ਤਿਆਰ ਕਰਕੇ ਕਾਠੀਆਂ ਸਜਾ ਕੇ ਉਹਨਾਂ ਦੇ ਚੰਗੇ ਗਹਿਣੇ ਪਾ ਕੇ, ਚੰਗੇ ਕੀਮਤੀ ਸੁੰਦਰ ਵਸਤਰ ਉਹਨਾਂ ਨੂੰ ਪਹਿਨਾ ਕੇ, ਚੰਗੇ ਵਸਤਰਾਂ ਦੇ ਨਾਲ, ਚੰਗੇ ਗਹਿਣਿਆਂ ਦੇ ਨਾਲ ਸ਼ਿੰਗਾਰ ਕੇ ਗੁਰੂ ਕਾ ਸਿੱਖ ਆ ਪਹੁੰਚਿਆ, ਜਿੱਥੇ ਸਾਰੀਆਂ ਸਿੱਖ ਸੰਗਤਾਂ ਦੀ ਭੀੜ ਇਕੱਤਰ ਹੋਈ ਸੀ।
ਸੋ ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚਖੰਡ ਜਾਣ ਦੀ ਤਿਆਰੀ ਕਰ ਰਹੇ ਹਨ। ਗੁਰੂ ਕੀਆਂ ਸੰਗਤਾਂ ਬੜੇ ਵੈਰਾਗ ਦੇ ਵਿੱਚ ਹਨ। ਇੱਥੋਂ ਤੱਕ ਆਪਾਂ ਬੀਤੇ ਕੱਲ ਇਤਿਹਾਸ ਸਰਵਣ ਕਰ ਚੁੱਕੇ ਹਾਂ। ਅੱਗੇ ਜਿਵੇਂ ਸਤਿਗੁਰੂ ਸਾਹਿਬ ਜੀ ਦਾ ਸੱਚਖੰਡ ਗਮਨ ਦਾ ਇਤਿਹਾਸ, ਜੋਤੀ ਜੋਤ ਸਮਾਉਣ ਦਾ ਇਤਿਹਾਸ ਅੱਜ ਪ੍ਰਸੰਗ ਆ ਰਿਹਾ ਹੈ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੀਪਮਾਲ ਕਾ ਜੈ ਕਾਂ। ਜਿੱਧਰ ਕਿੱਧਰ ਵੀ ਨਜ਼ਰ ਜਾਂਦੀ ਹੈ, ਜਿੱਧਰ ਕਿੱਧਰ ਵੀ ਕੋਈ ਦੇਖਦਾ ਹੈ, ਚਾਰੇ ਪਾਸੇ ਨੰਦੇੜ ਦੀ ਧਰਤੀ ਦੇ ਉੱਤੇ ਸਤਿਗੁਰੂ ਸਾਹਿਬ ਜੀ ਜਿੱਥੇ ਵਿਰਾਜੇ ਹੋਏ ਹਨ, ਦੀਪ ਮਾਲਕਾ ਦੀਵਿਆਂ ਦੀਆਂ ਜਿਹੜੀਆਂ ਮਾਲਾ, ਦੀਵਿਆਂ ਦੀਆਂ ਲੜੀਆਂ ਜਗਮਗ ਕਰ ਰਹੀਆਂ ਹਨ। ਜਵਰਤ ਮਸਾਰ ਕੇ ਝਾਰ। ਕਿਸੇ ਪਾਸੇ ਮਸ਼ਾਲਾਂ ਜਗ ਰਹੀਆਂ ਹਨ, ਕਿਸੇ ਪਾਸੇ ਝਾੜ ਫਾਨੂਸ, ਇਉਂ ਚਾਰੇ ਪਾਸੇ ਰੋਸ਼ਨੀ ਹੀ ਰੋਸ਼ਨੀ ਹੈ। ਪਾਵਤ ਧਾਰ ਫਲੇਲ ਕੀ। ਔਰ ਕਿਧਰੇ ਅਤਰ ਫਲੇਲਾਂ ਦੀਆਂ ਧਾਰਾ ਗੁਰੂ ਕੇ ਸਿੱਖ ਛਿੜਕਾ ਕਰ ਰਹੇ ਹਨ। ਜਦੋਂ ਕ੍ਰਿਤ ਕੋ ਜਾਰ। ਕਿਸੇ ਪਾਸੇ ਦੇਸੀ ਘਿਓ ਦੇ ਦੀਵੇ ਜਲਾਏ ਜਾ ਰਹੇ ਹਨ। ਤਉ ਬਈ ਦਿਨ ਸਮਾਂ ਭਇਓ ਪ੍ਰਕਾਸ਼ ਵਿਸਾਲਾ। ਰਾਤਰੀ ਦਾ ਸਮਾਂ ਹੈ। ਰਾਤਰੀ ਦੇ ਸਮੇਂ ਵਿੱਚ ਇੰਨਾ ਚਾਨਣਾ ਹੈ, ਇੰਨੇ ਚਾਨਣੇ ਦੇ ਸਾਧਨ ਹਨ, ਦੀਵੇ ਮਸ਼ਾਲਾਂ ਜਗਾਈਆਂ ਗਈਆਂ ਹਨ ਕਿ ਦਿਨ ਵਰਗਾ ਮਾਹੌਲ ਬਣਿਆ ਹੋਇਆ ਹੈ। ਤਿਮਰ ਸਗਨ ਚਹੁ ਦਿਸ ਚਾਲਾ। ਤਿਮਰ ਜਿਹੜਾ ਹਨੇਰਾ, ਸਗਨ ਬੜਾ ਸੰਘਣਾ ਹਨੇਰਾ ਸੀ, ਪਰ ਉਹ ਇਸ ਪ੍ਰਕਾਸ਼ ਦੇ ਕਰਕੇ, ਇਸ ਰੋਸ਼ਨੀ ਦੇ ਕਰਕੇ ਇੱਕ ਪਾਸੇ ਨੂੰ ਚਲਿਆ ਗਿਆ, ਭਾਵ ਚਾਨਣਾ ਹੀ ਚਾਨਣਾ ਹੋ ਗਿਆ। ਚੰਚਲ ਚਰਨ ਸਿਖਾ ਦਿਸ ਚਲੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਨੂੰ ਚੰਚਲ ਕੀਤਾ, ਭਾਵ ਕਾਹਲੀ ਦੇ ਨਾਲ ਚੱਲੇ ਔਰ ਚਿਖਾ ਵੱਲ ਨੂੰ ਤੁਰ ਪਏ। ਬਸਤਰ ਸ਼ਸਤਰ ਸਭ ਸ਼ੋਭਤ ਭਲੇ। ਸਤਿਗੁਰੂ ਜੀ ਦੇ ਸਰੀਰ ਦੇ ਉੱਤੇ ਸੁੰਦਰ ਬਸਤਰ ਔਰ ਤਨ ਦੇ ਉੱਤੇ ਚੰਗੇ ਸ਼ਸਤਰ ਸਜਾਏ ਹੋਏ ਹਨ। ਸਤਿਗੁਰੂ ਸ਼ੋਭਨੀਕ ਹੋ ਰਹੇ ਹਨ। ਤਨੀ ਕਨਾਦ ਪੌਰ ਜਿਸ ਸਥਾਨਾ। ਜਿਸ ਜਗ੍ਹਾ ਦੇ ਉੱਤੇ ਕਨਾਤ ਤਣੀ ਹੋਈ ਸੀ ਔਰ ਉਸ ਕਨਾਤ ਦੇ ਅੰਦਰ ਜਾਣ ਵਾਲਾ ਜੋ ਦਰਵਾਜ਼ਾ ਸੀ, ਸੈਂਦਰ ਵੈ ਕਰਬਾਕ ਬਖਾਨਾ। ਉੱਥੇ ਖੜੇ ਹੋ ਕੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬਚਨ ਉਚਾਰੇ। ਜਾਏ ਜਿਖਾ ਪਰ ਬੈਠੇ ਜਬੈ। ਕਹਿਣ ਲੱਗੇ, ਖਾਲਸਾ ਜੀ, ਜਦੋਂ ਅਸੀਂ ਆ ਚਿਖਾ ਦੇ ਉੱਤੇ ਜਾ ਕੇ ਬਿਰਾਜਮਾਨ ਹੋਵਾਂਗੇ, ਤੁਰਤ ਪ੍ਰਦਰਸ਼ਨਾਂ ਦੇ ਕਰ ਸਬੈ। ਉਸ ਵੇਲੇ ਤੁਸੀਂ ਤੁਰੰਤ ਹੀ ਬਹੁਤ ਜਲਦੀ ਦੇ ਨਾਲ ਪ੍ਰਦਖਣਾ ਪਰਿਕਰਮਾ ਕਰ ਲੈਣੀ ਹੈ ਗੌਰ ਤਾਸਨ ਕੋ ਜਵਲਤਾਵ। ਔਰ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਤੁਸੀਂ ਚੰਡਾ ਪ੍ਰਚੰਡ ਕਰ ਦੇਣਾ ਹੈ ਨਮੋ ਕਰਤੀ ਵੈਰ ਸਦਾਵ। ਔਰ ਨਮਸਕਾਰ ਕਰਦੇ ਹੀ ਜਲਦੀ ਦੇ ਨਾਲ ਸਾਰਿਆਂ ਨੇ ਬਾਹਰ ਆ ਜਾਣਾ ਹੈ। ਕਾਰਜ ਮੈਂ ਬਿਲਮ ਨਾ ਕਰਨੀ। ਇਸ ਕਾਰਜ ਦੇ ਵਿੱਚ ਖਾਲਸਾ ਜੀ ਤੁਸੀਂ ਬਿਲਕੁਲ ਵੀ ਦੇਰੀ ਨਾ ਕਰਨੀ। ਜਪੋ ਪਰਮੇਸ਼ਰ ਧੀਰਜ ਧਰਨੀ। ਔਰ ਬਾਹਰ ਆ ਕੇ ਬੜਾ ਧੀਰਜ ਧਾਰ ਕੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਓ। ਇਮ ਕੈ ਸ੍ਰੀ ਪ੍ਰਭ ਕਿਰਪਾ ਨਿਦਾਨਾ। ਇਉਂ ਕਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਕਿਰਪਾ ਦੇ ਖਜ਼ਾਨੇ ਹਨ, ਪਹੁੰਚੇ ਜਾਏ ਚਿਤਾ ਜਿਸ ਸਥਾਨਾ। ਕਨਾਤ ਦੇ ਅੰਦਰ ਜਾ ਪਹੁੰਚੇ ਜਿੱਥੇ ਚਿਖਾ ਚਿਣੀ ਹੋਈ ਹੈ। ਤਨਕ ਸਕੰਦ ਤਪੰਗ ਟਿਕਾਈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੋਢੇ ਦੇ ਉੱਤੇ ਧਨੁੱਖ ਟਿਕਾਇਆ ਹੋਇਆ ਹੈ। ਸੋ ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ਼ਸਤਰ ਧਾਰਨ ਕੀਤੇ ਹੋਏ ਹਨ। ਬਰਸੀ ਦਾਹਿਨੇ ਹੱਥ ਉਠਾਈ। ਇੱਕ ਹੱਥ ਵਿੱਚ ਸਤਿਗੁਰੂ ਨੇ ਬੰਦੂਕ ਫੜੀ ਹੋਈ ਹੈ ਔਰ ਸੱਜੇ ਹੱਥ ਵਿੱਚ ਬਰਛੀ ਉਠਾਈ ਹੋਈ ਹੈ। ਪੇਟ ਕਬਜ ਜਮਦਾੜ ਕੁਠਾਰਾ। ਇਸੇ ਤਰ੍ਹਾਂ ਪੇਸ਼, ਕਬਜ, ਕੁਠਾਰ, ਜਮਦਾੜ ਇਤਿਆਦਿਕ ਸ਼ਸਤਰ ਸਜਾਏ ਹਨ। ਕਮਰ ਕਸੇ ਮੈਂ ਧਰੇ ਸੁਧਾਰਾ। ਸਾਰੇ ਕਮਰ ਕਸੇ ਵਿੱਚ ਲਾਉਣ ਵਾਲੇ ਸ਼ਸਤਰ ਹਨ, ਸੰਵਾਰ ਕੇ ਸੁਧਾਰ ਕੇ ਸਤਿਗੁਰੂ ਨੇ ਟਿਕਾਏ ਹਨ। ਅੰਜਰ ਤਰਕਸ਼ ਕਰ ਸ਼ਮਸ਼ੀਰ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੰਜਰ ਪਹਿਨਿਆ ਹੋਇਆ ਹੈ ਔਰ ਤਰਕਸ਼ ਜਿਹੜਾ ਤੀਰਾਂ ਵਾਲਾ ਭੱਥਾ ਹੈ ਉਹ ਮੋਢੇ ਦੇ ਉੱਤੇ ਸਤਿਗੁਰੂ ਦੇ ਸਜਾਇਆ। ਗਾਤਰੇ ਸ਼ਮਸ਼ੀਰ ਪਹਿਨੀ ਹੋਈ ਹੈ ਰੂਪ ਵੀਰ ਰਸ ਕੇ ਸਮਸ਼ੀਰ। ਔਰ ਵੀਰ ਰਸੀ ਰੂਪ ਸਤਿਗੁਰੂ ਨੇ ਧਾਰਨ ਕੀਤਾ ਹੋਇਆ। ਸਤਿਗੁਰੂ ਜੀ ਦਾ ਜਿਹੜਾ ਸਰੂਪ ਹੈ ਬੱਬਰ ਸ਼ੇਰ ਵਰਗਾ ਦਿਖਾਈ ਦਿੰਦਾ ਹੈ। ਬਦਨ ਅਧੀਨ ਸੋ
ਨੈਣ ਪ੍ਰਫੁੱਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਬੜਾ ਚੜ੍ਹਦੀ ਕਲਾ ਦੇ ਵਿੱਚ ਹੈ। ਨੈਣ ਸਤਿਗੁਰੂ ਜੀ ਦੇ ਨੇਤਰ ਬੜੇ ਪ੍ਰਫੁੱਲਿਤ ਹਨ। ਜਿਗਾ ਦਮਕਦੀਤ ਕਲਗੀ ਚੂਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਸਜੀ ਹੋਈ ਦਸਤਾਰ ਦੇ ਉੱਤੇ ਜਿਗਾ ਜਿਹੜੀ ਮਣੀਆਂ ਵਾਲੀ ਚੱਕਰੀ ਉਹ ਬੜੀ ਚਮਕ ਦਮਕ ਰਹੀ ਹੈ ਤੇ ਸੀਸ ਉੱਤੇ ਕਲਗੀ ਝੂਲਦੀ ਹੈ। ਤਿਸ ਸ਼ਿਨ ਬਦਨ ਚੰਦਰਮਾ ਓਰੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਦਨ ਚਿਹਰਾ ਜਿਹੜਾ ਚੰਦਰਮਾ ਵਾਂਗ ਹੈ ਉਸ ਵੱਲ ਲੋਚਨ ਸਭਨ ਚਕੋਰਨ ਜੋਰੇ। ਸਾਰੇ ਗੁਰੂ ਕੇ ਸਿੱਖ ਜਿਵੇਂ ਚਕੋਰਾਂ ਇੱਕ ਟੱਕ ਦੇਖਦੀਆਂ ਹਨ, ਸੋ ਸਾਧ ਸੰਗਤ ਜੀ ਇਸੇ ਪ੍ਰਕਾਰ ਸਾਰੇ ਜਿਹੜੇ ਗੁਰੂ ਕੇ ਸਿੱਖ ਹੈ ਸਤਿਗੁਰੂ ਜੀ ਦੇ ਚਿਹਰੇ ਵੱਲ ਤੱਕ ਰਹੇ ਹਨ। ਦਿਵਦ ਤੇਜ ਕੋ ਪਿਕ ਪਿਕ ਸਾਰੇ। ਕਿਉਂ ਸਤਿਗੁਰੂ ਜੀ ਦੇ ਚੰਦਰਮਾ ਵਰਗੇ ਚਿਹਰੇ ਵੱਲ ਚਕੋਰਾਂ ਵੱਤ ਗੁਰੂ ਕੀਆਂ ਸਿੱਖਾਂ ਨੇ ਨਜ਼ਰਾਂ ਲਾਈਆਂ ਹੋਈਆਂ ਦੇਖਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਚਿਹਰਾ ਹੈ ਉਹ ਬੜਾ ਤੇਜ ਪ੍ਰਤਾਪ ਦੇ ਸਹਿਤ ਚਮਕ ਰਿਹਾ ਹੈ। ਸਮ ਸੂਰਜ ਕੇ ਗੁਰੂ ਵਿਚਾਰੇ। ਗੁਰੂ ਕੇ ਸਿੱਖ ਵਿਚਾਰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਤੇਜ ਪ੍ਰਤਾਪ ਸੂਰਜਾਂ ਵਾਂਗ ਹੈ। ਕਮਲ ਨੈਣ ਬਿਕਸਤ ਬਿਸਮਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਨੇਤਰ ਹਨ ਕਮਲ ਦੇ ਫੁੱਲਾਂ ਵਾਂਗੂ ਬੜੇ ਖਿੜੇ ਹੋਏ ਹਨ ਬਿਨਾਨ ਮੇਖ ਤਸੀ ਦਿਸ ਲਾਈ। ਔਰ ਅੱਖ ਨੂੰ ਝਮਕੇ ਤੋਂ ਬਿਨਾਂ ਗੁਰੂ ਕੇ ਸਿੱਖ ਸਤਿਗੁਰੂ ਜੀ ਦੇ ਦੀਦਾਰ ਕਰ ਰਹੇ ਹਨ, ਚਿਹਰੇ ਵੱਲ ਤੱਕਦੇ ਹਨ। ਗਨ ਚੰਦਨ ਅਗਰਾਦ ਕਨੇਰੇ। ਬਹੁਤ ਸਾਰੀ ਚੰਦਨ ਦੀ ਲੱਕੜੀ ਔਰ ਅਗਰ ਆਦਿਕ ਦੀ ਜਿਹੜੀ ਲੱਕੜੀ ਹੈ ਚਿਖਾ ਵਿਸਾਲ ਰਚੀ ਸਭੇਰੇ। ਬਹੁਤ ਵੱਡੀ ਉੱਚੀ ਚਿਖਾ ਰਚੀ ਹੋਈ ਸਾਰਿਆਂ ਨੇ ਤੱਕੀ ਹੈ। ਭਏ ਅਰੂਪਨ ਗੁਰ ਭਗਵਾਨ। ਸਤਿਗੁਰ ਸੱਚੇ ਪਾਤਸ਼ਾਹ ਜੀ ਪਲਾਂ ਛਿਨਾਂ ਦੇ ਵਿੱਚ ਹੀ ਛਾਲ ਮਾਰ ਕੇ ਉਸ ਚਿਖਾ ਦੇ ਉੱਤੇ ਜਾ ਬੈਠੇ ਵੀਰ ਆਸਣ ਵਿੱਚ। ਚੌਂਦ ਸਲੀਨਨ ਤਾਂ ਜਾਮਾਨ। ਚਾਰੇ ਪਾਸੇ ਇੰਧਨ ਲੱਕੜਾਂ ਹੀ ਲੱਕੜਾਂ ਹਨ। ਸਿੱਖਨ ਕੋ ਆਇ ਤਬ ਦੀਨ। ਉਸ ਵੇਲੇ ਸਿੱਖਾਂ ਨੂੰ ਹੁਕਮ ਦਿੱਤਾ ਸਤਿਗੁਰੂ ਨੇ ਸਭ ਦੇਸ਼ਨ ਕੋ ਰੁਕ ਸਦਕੀਨ। ਕਿ ਭਾਈ ਸਾਡੇ ਸੱਚਖੰਡ ਜਾਣ ਤੋਂ ਬਾਅਦ ਤੁਸੀਂ ਸਾਰੇ ਆਪੋ ਆਪਣੇ ਦੇਸ਼ਾਂ ਆਪੋ ਆਪਣੇ ਇਲਾਕਿਆਂ ਨੂੰ ਰੁਖਸਤ ਹੋ ਜਾਣਾ, ਚਲੇ ਜਾਣਾ ਹੈ। ਇੱਕ ਸੰਤੋਖ ਸਿੰਘ ਜੁਤ ਰਹਿਤ। ਇੱਕ ਭਾਈ ਸੰਤੋਖ ਸਿੰਘ ਜਿਹੜਾ ਰਹਿਤ ਵਿੱਚ ਬੜਾ ਤਿਆਰ ਬਰ ਤਿਆਰ ਹੈ। ਤਿਸ ਸਿੰਘ ਸੰਗ ਬੋਲੇ ਕਰਨਾ ਸਹਿਤ। ਬੜੀ ਕਿਰਪਾ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਸੰਤੋਖ ਸਿੰਘ ਜੀ ਸੰਗ ਬੋਲੇ ਇਹ ਤਲ ਰਹੋ ਦੇਜ ਪਰਤਾਬੂ। ਭਾਈ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਇਸ ਜਗ੍ਹਾ ਦੇ ਉੱਤੇ ਰਹਿਣਾ ਤੇ ਇੱਥੇ ਗੁਰੂ ਕਾ ਲੰਗਰ ਵਰਤਾਉਣਾ ਹੈ। ਸ਼ਰਦਾ ਜੁਤ ਸੋ ਸਿੰਘ ਕਾਬੂ। ਹੋਰ ਵੀ ਜੇ ਕੋਈ ਸਿੰਘ ਸ਼ਰਧਾ ਭਾਵਨਾ ਵਾਲੇ ਆਉਣ ਤਾਂ ਉਹਨਾਂ ਨੂੰ ਵੀ ਆਪਣੇ ਸੰਗ ਰੱਖ ਲੈਣਾ ਹੈ। ਦਰਬ ਅਸੰਖ ਬਿਆਨ ਜੋ ਆਈ। ਇੱਥੇ ਬੈਠਿਆਂ ਬਿਠਾਇਆਂ ਤੁਹਾਡੇ ਕੋਲ ਬਹੁਤ ਸਾਰਾ ਧਨ ਆਵੇਗਾ। ਤਿਸ ਤੋਏ ਨਹਿ ਮੰਦਰ ਚੁਨਵਾਈ। ਉਸ ਪੈਸੇ ਦੇ ਨਾਲ ਉਸ ਮਾਇਆ ਦੇ ਨਾਲ ਤੁਸੀਂ ਕੋਈ ਮੰਦਰ ਮਕਾਨ ਕੋਈ ਗੁਰਦੁਆਰਾ ਨਹੀਂ ਬਣਾਉਣਾ, ਸਗਲ ਦੇਗ ਪਰ ਦੇਹੁ ਲਗਾਈ। ਬਲਕਿ ਸਾਰਾ ਜਿਹੜਾ ਧਨ ਹੈ ਸਾਰੀ ਮਾਇਆ ਹੈ ਗੁਰੂ ਕੇ ਲੰਗਰਾਂ ਤੇ ਖਰਚ ਕਰਨੀ। ਪੰਚਾਮ੍ਰਿਤ ਆਦਿਕ ਕਰਵਾਈ। ਬਹੁਤਾ ਕੜਾਹ ਪ੍ਰਸ਼ਾਦ ਪੰਚਾ ਅੰਮ੍ਰਿਤ ਆਦਿਕ ਕਰਵਾ ਕੇ ਵਰਤਾਉਣਾ ਹੈ। ਜਿਨੈ ਮਹਿਲ ਤਿਸ ਕੋਲ ਗਲ ਜਾਈ। ਜੇਕਰ ਕੋਈ ਸਾਡੀ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਉਸਾਰੇਗਾ, ਸਾਡੀ ਯਾਦਗਾਰ ਉਸਾਰੇਗਾ, ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਦੀ ਕੁੱਲ ਨਾਸ਼ ਹੋ ਜਾਵੇਗੀ। ਜਾਂਦੇ ਕਹੀ ਨਹੀਂ ਬਿਸਰਾਈ। ਇਸ ਕਰਕੇ ਗੁਰੂ ਕੇ ਸਿੱਖੋ, ਗੁਰੂ ਕੇ ਖਾਲਸਾ ਜੀ, ਸਾਡੇ ਕਹੇ ਹੋਏ ਇਹਨਾਂ ਬਚਨਾਂ ਨੂੰ ਵਿਸਾਰਿਓ ਨਾ, ਭੁੱਲਿਓ ਨਾ ਕਦੇ ਵੀ। ਕਾਲ ਸੰਤੋਖ ਸਿੰਘ ਕਰ ਜੋਰੇ। ਉਸ ਵੇਲੇ ਭਾਈ ਸੰਤੋਖ ਸਿੰਘ ਜੀ ਨੇ ਹੱਥ ਜੋੜ ਕੇ ਆਖਿਆ, ਸਿੱਖ ਸੰਗਤ ਨਾਹਿ ਨੇਤ ਓਰੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਇਲਾਕੇ ਦੇ ਵਿੱਚ ਤਾਂ ਬਹੁਤੀ ਸਿੱਖ ਸੰਗਤ ਨਹੀਂ ਹੈ ਲੈ ਤਨ ਦੇਖ ਚਲਾਵੇਂ। ਤੇ ਮਹਾਰਾਜ ਆਪ ਜੀ ਕਹਿੰਦੇ ਹੋ ਲੰਗਰ ਚਲਾ ਕੇ ਰੱਖਿਓ, ਅਸੀਂ ਕਿਸ ਕੋਲੋਂ ਧਨ ਲੈ ਕੇ ਕਿਸ ਕੋਲੋਂ ਮਾਇਆ ਲੈ ਕੇ ਲੰਗਰ ਚਲਾਵਾਂਗੇ। ਰਹਿ ਸਿੰਘ ਸੋ ਕੇਤੇ ਕਾਮੈ। ਤੇ ਮਹਾਰਾਜ ਜਿਹੜੇ ਸਿੰਘ ਮੇਰੇ ਕੋਲ ਰਹਿਣਗੇ ਉਹ ਕਿੱਥੋਂ ਲੈ ਕੇ ਖਾਣਗੇ, ਕਿੱਥੋਂ ਛਕਣ ਛਕਾਉਣਗੇ। ਸ਼੍ਰੀ ਮੁਖ ਤੇ ਤਬ ਧੀਰਜ ਦੀਨ।
ਉਸ ਵੇਲੇ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਸ਼ੁਭਾਏਮਾਨ ਮੁਖਾਰ ਬਿੰਦ ਤੋਂ ਹੌਸਲਾ ਦਿੰਦਿਆਂ ਆਖਿਆ। ਦੇਸ਼ ਨਾ ਰਹਿ ਸਿੰਘ ਤੇ ਹੀਨ। ਕਹਿਣ ਲੱਗੇ ਖਾਲਸਾ ਜੀ, ਇਹ ਇਲਾਕਾ, ਇਹ ਦੇਸ਼, ਇਹ ਹਜੂਰ ਸਾਹਿਬ ਦੀ ਧਰਤੀ ਇਹ ਸਿੰਘਾਂ ਤੋਂ ਖਾਲੀ ਨਹੀਂ ਰਹੇਗੀ, ਬਹੁਤ ਸਾਰੇ ਸਿੰਘ ਵਸਣਗੇ। ਇੱਕ ਦੋਏ ਬਿੰਦਕ ਇਹਾਂ ਚੰਬਨੇ। ਔਰ ਇੱਥੇ ਸਿੰਘ ਜਿਹੜੇ ਇਕੱਤਰ ਹੋਣਗੇ ਉਹਨਾਂ ਦੇ ਇੱਕ ਦੋ ਜਥੇ ਬਣ ਜਾਣਗੇ, ਉਹ ਇੱਥੇ ਬਹੁਤ ਸੇਵਾਵਾਂ ਕਰਨਗੇ। ਜੋ ਸੰਪੂਰਨ ਦੇਖ ਚਲੈ। ਇਸ ਕਰਕੇ ਸੰਪੂਰਨ ਜਿਹੜੇ ਗੁਰੂ ਕੇ ਲੰਗਰ ਹੈ ਉਹ ਇਸ ਧਰਤੀ ਉੱਤੇ ਚੱਲਣਗੇ। ਅੱਜ ਵੀ ਖਾਲਸਾ ਜੀ ਸਤਿਗੁਰੂ ਜੀ ਦੇ ਹੁਕਮਾਂ ਦੇ ਮੁਤਾਬਕ ਦੇਖੋ, ਸੱਚਖੰਡ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਵੀ ਗੁਰੂ ਕੇ ਲੰਗਰ ਬੇਅੰਤ ਵਰਤਦੇ ਹਨ। ਧੰਨ ਬਾਬਾ ਨਿਧਾਨ ਸਿੰਘ ਜੀ ਦਾ ਜੋ ਡੇਰਾ ਲੰਗਰ ਸਾਹਿਬ ਹੈ ਉੱਥੇ ਵੀ, ਤੇ ਹੋਰ ਵੀ ਬਹੁਤ ਸਾਰੇ ਜਥੇ ਜਾ ਜਾ ਕੇ ਉੱਥੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਹਨ। ਇਹ ਸਤਿਗੁਰੂ ਦੇ ਬਚਨ ਫਲੀਭੂਤ ਹਨ। ਦੇਹ ਇਮ ਕਰੋ ਪਕਾਉਨ ਦਿਓ ਵਰਤਾਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਉਂ ਲੰਗਰ ਬਣਾ ਬਣਾ ਕੇ ਤਿਆਰ ਕਰਕੇ ਪਕਾ ਕੇ ਵਰਤਾਉਣਾ ਕਰੋ। ਧਨ ਦੀ ਚਿੰਤਨ ਕਰੀਏ ਕਾਏ। ਔਰ ਧਨ ਦੀ ਮਾਇਆ ਦੀ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਕਰੋ। ਇਮ ਸੁਨ ਸਭੇ ਸੀਸ ਨਵਾਈ। ਇਉਂ ਸਤਿਗੁਰੂ ਜੀ ਦੇ ਬਚਨ ਸੁਣ ਕੇ ਸਾਰੀਆਂ ਸੰਗਤਾਂ ਸਿੰਘਾਂ ਨੇ ਸਤਿਗੁਰੂ ਨੂੰ ਸੀਸ ਨਵਾਇਆ। ਦਈ ਪ੍ਰਦਰਸ਼ਨ ਤੇਰੇ ਚੌਂਕਾਈ। ਔਰ ਚਾਰੇ ਤਰਫ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਚਿਖਾ ਦੇ ਆਲੇ ਦੁਆਲੇ ਪਰਿਕਰਮਾ ਕੀਤੀ। ਜਵਲਤ ਹੁਤਾਸਨ ਕੀਨ ਮਸਾਲਾ। ਸਤਿਗੁਰੂ ਜੀ ਦੀ ਆਗਿਆ ਪਾ ਕਰਕੇ ਉਸ ਵੇਲੇ ਚਿਖਾ ਨੂੰ ਅਗਨੀ ਦਿਖਾਈ ਗਈ, ਝੰਡਾ ਪ੍ਰਚੰਡ ਕੀਤਾ ਗਿਆ। ਸੇ ਵੈਰ ਸਗਲ ਤਤਕਾਲਾ। ਉਸ ਵੇਲੇ ਸਾਰੇ ਜਲਦੀ ਦੇ ਨਾਲ ਇਸ ਕਨਾਤ ਤੋਂ ਬਾਹਰ ਆ ਗਏ। ਤਬੈ ਕਨਾਦ ਪੌਰ ਤਜਿਆਏ। ਜਦੋਂ ਸਾਧ ਸੰਗਤ ਜੀ ਇਹ ਕਨਾਤ ਨੂੰ ਛੱਡ ਕੇ ਇਹਦੇ ਦਰਵਾਜ਼ੇ ਦੇ ਉੱਤੇ ਬਾਹਰ ਨਿਕਲਣ ਵਾਲੇ ਗੇਟ ਤੇ ਆਏ, ਸ਼ਬਦ ਸ਼੍ਰਵਣ ਮੈਂ ਤਦ ਸੁਨ ਪਾਏ। ਉਸ ਵੇਲੇ ਸਾਰਿਆਂ ਨੇ ਕੰਨਾਂ ਵਿੱਚ ਇਹ ਆਵਾਜ਼ਾਂ ਸੁਣਨਾ ਪਾਇਆ। ਵਾਹਿਗੁਰੂ ਜੀ ਕੀ ਬਹੁ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਅੰਦਰੋਂ ਉੱਚੀ ਆਵਾਜ਼ ਦੇ ਵਿੱਚ ਇਹ ਫਤਿਹ ਗਜਾਉਂਦੇ ਹਨ, ਆਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਰ ਬਾਰ ਬੋਲਤ ਸੁਖ ਮਤੇ। ਕਿਉਂ ਸਤਿਗੁਰੂ ਜੀ ਨੇ ਇੱਕ ਵਾਰ ਨਹੀਂ, ਬਾਰ-ਬਾਰ ਕਈ ਵਾਰ ਮਸਤ ਹੋਇਆਂ ਨੇ, ਆਨੰਦ ਦੇ ਵਿੱਚ ਆਇਆ ਹੋਇਆਂ ਨੇ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰੇ ਗਜਾਏ। ਜਬ ਵੀ ਅਗਨ ਪ੍ਰਚੰਡ ਗੜੇਰੇ। ਜਦੋਂ ਸਾਧ ਸੰਗਤ ਜੀ ਅਗਨੀ ਪ੍ਰਚੰਡ ਹੋ ਗਈ, ਲਾਟਾਂ ਉੱਪਰ ਨੂੰ ਨਿਕਲੀਆਂ। ਨਹੀਂ ਸਰੀਰ ਕੇ ਪਰਸੇ ਮੇਰੇ। ਪਰ ਸਾਧ ਸੰਗਤ ਜੀ ਅਜੀਬ ਕੌਤਕ ਹੋਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਤਾਂ ਅਗਨ ਬਲ ਰਹੀ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਅਗਨੀ ਨੇ ਨਾ ਛੋਹਿਆ। ਕਿਉਂਕਿ ਆਪਾਂ ਇਤਿਹਾਸ ਪੜ੍ਹਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਉੱਤੇ ਭਰੋਸਾ ਕਰਕੇ ਭਾਈ ਬਿਧੀ ਚੰਦ ਜੀ ਭੱਠ ਦੇ ਵਿੱਚ ਜਾ ਬੈਠੇ ਸਨ, ਪੱਟੀ ਸ਼ਹਿਰ ਦੇ ਵਿੱਚ। ਉਹਨਾਂ ਦੇ ਸਰੀਰ ਨੂੰ ਅਗਨ ਨਹੀਂ ਲੱਗੀ ਸੀ। ਇੱਥੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਪ੍ਰਤੱਖ ਰੂਪ ਦੇ ਵਿੱਚ ਬੈਠੇ ਹਨ, ਇਸ ਕਰਕੇ ਸਤਿਗੁਰੂ ਜੀ ਦੇ ਸਰੀਰ ਨੂੰ ਅੱਗ ਦਾ ਸੇਕ ਨਾ ਪਹੁੰਚਿਆ। ਤਬ ਸਮਾਦ ਸਤਿਗੁਰੂ ਲਗਾਈ। ਉਸ ਵੇਲੇ ਸਤਿਗੁਰੂ ਜੀ ਚਿਖਾ ਦੇ ਉੱਤੇ ਬੈਠ ਕੇ ਸਮਾਧੀ ਲਾ ਕੇ ਬਿਰਾਜਮਾਨ ਹੋ ਗਏ। ਜੋ ਗਗਨ ਤੂਰਨ ਉਪਜਾਈ। ਫਿਰ ਸਤਿਗੁਰੂ ਜੀ ਨੇ ਆਪਣੇ ਸਰੀਰ ਦੇ ਵਿੱਚ ਹੀ ਜੋ ਯੋਗਾ ਅਭਿਆਸ ਦੇ ਨਾਲ ਜਿਹੜੀ ਅੰਦਰੂਨੀ ਅਗਨ ਹੈ ਉਹ ਪੈਦਾ ਕੀਤੀ। ਛੜ ਆਕਾਸ਼ ਕੇ ਪੰਥ ਪਧਾਰੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਕਾਸ਼ ਮਾਰਗ ਦੇ ਰਾਹੀਂ ਸੱਚਖੰਡ ਨੂੰ ਚੱਲ ਪਏ। ਹਾਏ ਹਾਏ ਨਰ ਖਰੇ ਪੁਕਾਰੇ। ਜਦੋਂ ਸਿੰਘਾਂ ਨੇ ਅੱਗ ਦੀਆਂ ਉੱਚੀਆਂ ਲਾਟਾਂ ਨਿਕਲਦੀਆਂ ਹੋਈਆਂ ਦੇਖੀਆਂ ਤੇ ਬਰਾਗ ਵਿੱਚ ਆ ਕੇ ਹਾਏ ਹਾਏ ਕਰਕੇ ਆਪਣਾ ਦੁੱਖ ਜ਼ਾਹਰ ਕਰਨ ਲੱਗੇ। ਜੈ ਜੈ ਸ਼ਬਦ ਗਗਨ ਮੈਂ ਹੋਆ। ਤੇ ਆਕਾਸ਼ ਦੇ ਵਿੱਚ ਦੇਵੀ ਦੇਵਤਿਆਂ ਨੇ ਸਤਿਗੁਰੂ ਜੀ ਦੀ ਜੈ ਜੈਕਾਰ ਦੇ ਸ਼ਬਦ ਬੋਲੇ। ਸੁਣਿਓ ਸ਼੍ਰਵਣ ਕੁਛ ਨੈਣ ਨ ਜੋਗਾ। ਜਿਹੜੇ ਉੱਥੇ ਸਿੰਘ ਹਾਜ਼ਰ ਹਨ ਰਾਤ ਦੇ ਸਮੇਂ ਵਿੱਚ, ਉਹਨਾਂ ਨੂੰ ਦਿਖਾਈ ਤਾਂ ਆਕਾਸ਼ ਵਿੱਚ ਕੁਝ ਨਾ ਦਿੱਤਾ, ਪਰ ਇਹ ਸਤਿਗੁਰੂ ਦੀ ਜੈ ਜੈਕਾਰ ਦੀਆਂ ਆਵਾਜ਼ਾਂ ਜਿਹੜੀਆਂ ਆਕਾਸ਼ ਵਿੱਚੋਂ ਸਭ ਨੇ ਸੁਣੀਆਂ। ਗਨ ਦੇਵਨ ਮੈਂ ਨੌਬਤ ਵਾਜੇ। ਜਿੰਨੇ ਦੇਵਤੇ ਸਨ ਉਹਨਾਂ ਨੇ ਆਕਾਸ਼ ਦੇ ਵਿੱਚ ਨਗਾਰੇ ਵਜਾਏ। ਸੁਨਤ ਸਗਲ ਜਿਮ ਨੀਰਦ ਗਾਜੇ।
ਸਭ ਨੇ ਇਹ ਨਗਾਰਿਆਂ ਦੀ ਆਵਾਜ਼ ਸੁਣੀ ਜਿਵੇਂ ਬੱਦਲ ਗਰਜਦਾ ਹੁੰਦਾ ਹੈ। ਹਰੀ ਗੂੰਜ ਇੱਕ ਬਾਰ ਬਸਾਲਾ। ਇਸ ਪ੍ਰਕਾਰ ਇੱਕੇ ਵਾਰ ਹੀ ਬਹੁਤ ਭਾਰੀ ਗੂੰਜ ਨਗਾਰਿਆਂ ਦੀ ਗੂੰਜੀ। ਜਨ ਕਾਜਲ ਮਦਰੀ ਕਨਮਾਲਾ। ਜਿਵੇਂ ਬੱਦਲਾਂ ਦੀ ਜਿਹੜੀ ਮਾਲਾ ਹੈ, ਬੱਦਲਾਂ ਦੀ ਪੰਕਤੀ, ਬੱਦਲਾਂ ਦੀ ਲੜੀ ਬੜੀ ਮਧੁਰ ਆਵਾਜ਼ ਦੇ ਵਿੱਚ ਗੱਜਦੀ ਹੋਵੇ। ਭਇਓ ਕਾਸ਼ ਪ੍ਰਕਾਸ਼ ਮਹਾਨਾ। ਪੂਰੇ ਆਕਾਸ਼ ਦੇ ਵਿੱਚ, ਅੰਬਰ ਦੇ ਵਿੱਚ, ਅਸਮਾਨ ਦੇ ਵਿੱਚ ਚਾਨਣਾ ਹੀ ਚਾਨਣਾ ਹੋ ਗਿਆ। ਲਾਲ ਬਰਨ ਸਭ ਕੋ ਦੇਖਨਾ। ਸਭ ਦੀ ਦ੍ਰਿਸ਼ਟੀ ਵਿੱਚ ਆਇਆ, ਸਭ ਨੂੰ ਨਜ਼ਰ ਆਇਆ, ਲਾਲ ਰੰਗ ਹੋ ਗਿਆ ਆਕਾਸ਼ ਦਾ। ਜਨ ਬਰਖਾ ਕਰ ਕੁਛ ਘਨ ਨਟੇ। ਜਿਵੇਂ ਵਰਖਾ ਹੋਣ ਤੋਂ ਬਾਅਦ ਜਦੋਂ ਬੱਦਲ ਹਟ ਜਾਂਦੇ ਹਨ, ਬਰਨ ਸਬਨ ਸਾਵਣ ਕੀ ਸੰਧਿਆ ਮੈਂ ਫਟੇ। ਔਰ ਜਿਵੇਂ ਸਾਉਣ ਭਾਦੋਂ ਦੇ ਮਹੀਨੇ ਵਿੱਚ ਵਰਖਾ ਹੋਣ ਤੋਂ ਬਾਅਦ ਬੱਦਲ ਫਟ ਜਾਂਦੇ ਹਨ, ਸੂਰਜ ਕਿਰਣਾ ਸਜਲ ਤੇ ਬਰਨਾ। ਇਉਂ ਸ਼ਾਮ ਦੇ ਸਮੇਂ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਜਲ ਦੇ ਸਹਿਤ ਇੱਕ ਅਨੋਖਾ ਹੀ ਉਹਨਾਂ ਦਾ ਰੰਗ ਬਣ ਜਾਂਦਾ ਹੈ। ਇਸ ਬਿਦ ਦਖੀਏ ਦਾ ਪੀਤ ਕੇ ਅਰਨ। ਇਸੇ ਤਰ੍ਹਾਂ ਲਾਲ ਕੇ ਪੀਲਾ ਰੰਗ ਜਿਹੜਾ ਆਕਾਸ਼ ਵਿੱਚ ਦਿਖਾਈ ਦਿੱਤਾ ਰਾਤਰੀ ਸਮੇਂ, ਪੀਰ ਬਮਾਨਨ ਕੀ ਬੋਈ। ਜਿਵੇਂ ਸਤਰੰਗੀ ਪੀਂਘ ਪੈ ਜਾਂਦੀ ਹੈ, ਇਸ ਤਰ੍ਹਾਂ ਦਾ ਨਜ਼ਾਰਾ ਗੁਰੂ ਕੇ ਸਿੱਖਾਂ ਨੇ ਆਕਾਸ਼ ਵਿੱਚ ਦੇਖਿਆ। ਔਰ ਬਹੁਤ ਸਾਰੇ ਦੇਵਤਿਆਂ ਦੇ ਵਿਮਾਨਾਂ ਦੀ ਜਿਹੜੀ ਭੀੜ ਸਤਿਗੁਰੂ ਜੀ ਦੇ ਨੇੜੇ ਆਈ। ਗੁਰ ਆਗਮਨ ਜਾਣ ਸਭ ਕੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੱਚਖੰਡ ਆਉਣਾ ਜਾਣ ਕੇ ਸਵਾਗਤ ਵਾਸਤੇ ਦੇਵਤੇ ਆਏ। ਵੀਰ ਬਾਣ ਪਹੁੰਚੇ ਸਮੁਦਾਏ। ਜਿੰਨੇ ਦੇਵੀ ਦੇਵਤੇ ਸਨ ਸਾਰੇ ਪਹੁੰਚੇ। ਜੈ ਜੈ ਤੁਨ ਤੇ ਰੌਰ ਖਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਦੀ ਧੁਨ ਦੇ ਨਾਲ ਆਕਾਸ਼ ਦੇ ਵਿੱਚ ਬਹੁਤ ਰੌਲਾ ਰੱਪਾ ਪਿਆ। ਵਾਹਿਗੁਰੂ ਜੀ ਕੀ ਕਹਿ ਫਤਿਹ। ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਨ। ਮਿਲੇ ਦੇਵਤਾ ਕੇ ਧਨ ਜਿਤੇ। ਦੇਵਤਿਆਂ ਦੇ ਜਿੰਨੇ ਝੁੰਡ ਸੀ ਸਾਰੇ ਆ ਕੇ ਸਤਿਗੁਰੂ ਦੇ ਦਰਸ਼ਨ ਕਰਦੇ ਹਨ, ਮਿਲਦੇ ਹਨ। ਧੰਨ ਗੁਰੂ ਸਭ ਕਾਰਜ ਕਰੇ। ਸਭ ਆਖਦੇ ਹਨ ਕਿ ਧੰਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਸ ਕਾਜ ਦੇ ਵਾਸਤੇ ਧਰਤੀ ਉੱਤੇ ਗਏ ਸਨ ਉਹ ਸਾਰੇ ਕਾਰਜ ਸੰਪੂਰਨ ਕਰ ਆਏ ਹਨ। ਦੁਸ਼ਟਨ ਕੁਲ ਬਲ ਤੇ ਪਰਹਰੇ। ਸਤਿਗੁਰੂ ਨੇ ਦੁਸ਼ਟਾਂ ਦੀਆਂ ਕੁਲਾਂ ਨੂੰ ਆਪਣੇ ਬਲ ਦੇ ਨਾਲ ਨਾਸ਼ ਕੀਤਾ ਹੈ। ਸੋਈਆ ਪੰਕਜ ਪੂਤ ਵਿਭੂਤ ਮਿਲੇ ਸ਼ਿਵ। ਹਾਂ, ਪੰਕਜ ਪੂਤ, ਪੰਕਜ ਨਾਮ ਕਮਲ ਦਾ ਹੈ, ਕਮਲ ਦਾ ਪੁੱਤਰ ਭਾਵ ਬ੍ਰਹਮਾ, ਤੇ ਵਿਭੂਤ ਮਿਲੇ ਸ਼ਿਵ, ਵਿਭੂਤੀ ਦੇ ਸਹਿਤ ਹੈ ਜੋ ਸਵਾਹ ਮਲੀ ਹੋਈ ਹੈ ਜਿਸਨੇ ਸਰੀਰ ਦੇ ਉੱਤੇ ਸ਼ਿਵ ਜੀ। ਆਨ ਮਿਲੇ ਪਰਹੂਤ ਸਮੇਤਾ। ਔਰ ਇੰਦਰ ਦੇਵਤੇ ਦੇ ਸਮੇਤ ਇਹ ਸਾਰੇ ਆ ਕੇ ਮਿਲੇ ਹਨ। ਨਾਰਦ ਗਾਉਦ ਬਾਣ ਬਣ ਲੈ। ਨਾਰਦ ਜਿਹੜਾ ਹੈ ਉਹ ਆਪਣੇ ਹੱਥ ਦੇ ਵਿੱਚ ਬੇਣ ਲੈ ਕੇ, ਜਿਹੜਾ ਉਹਦੇ ਤੰਤੀ ਸਾਜ਼ ਹੱਥ ਵਿੱਚ ਫੜਿਆ ਹੁੰਦਾ ਕੀਰਤਨ ਵਾਲਾ, ਗੁਰੂ ਨਾਨਕ ਕੇ ਪਦ ਦੇ ਸੁਭੇਤਾ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਉੱਤੇ ਆ ਕੇ ਨਮਸਕਾਰ ਕਰਦਾ ਹੈ। ਉਹ ਚਰਨ ਜਿਹੜੇ ਸਤਿਗੁਰੂ ਦੇ ਚਰਨ ਸੁੱਖਾਂ ਦੇ ਹੇਤ ਸੁੱਖ ਬਖਸ਼ਣ ਵਾਲੇ ਹਨ। ਆਦ ਹੁਤਾਸਨ ਦੇਵ ਸਭੈ ਬਰ। ਹੁਤਾਸਨ ਅਗਨੀ ਆਦਿਕ ਦੇਵਤਾ ਤੋਂ ਲੈ ਕੇ ਬਾਕੀ ਜਿੰਨੇ ਸਾਰੇ ਸ੍ਰੇਸ਼ਟ ਦੇਵਤੇ ਹਨ। ਦੇਵ ਬਧੂ ਹੋਏ ਮੋਦਨ ਕੀਤਾ। ਦੇਵਤਿਆਂ ਦੀਆਂ ਘਰ ਵਾਲੀਆਂ ਦੇਵੀਆਂ ਉਹ ਸਾਰੇ ਆਨੰਦ ਦੇ ਸਹਿਤ ਆ ਕੇ ਨਾ ਕੌਤਕ ਭਾਂਤ ਅਨੇਕ ਨਿਹਾਰੈ। ਅਨੇਕਾਂ ਭਾਂਤ ਦੇ ਕੌਤਕ ਸਾਰੇ ਦੇਖਦੇ ਹਨ। ਕਹਿ ਦਿਖ ਰਾਏ ਵਿਵੇਕ ਸੰਕੇਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗਿਆਨ ਦੇ ਸੰਕੇਤ ਦੇ ਸਮੇਤ ਸਭ ਨੂੰ ਦਿਖਾ ਰਹੇ ਹਨ। ਸ੍ਰੀ ਗੁਰੂ ਤੇਗ ਬਹਾਦਰ ਨੰਦਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੋਹਣੇ ਸੁਪੁੱਤਰ, ਬੰਦਨ ਜੋਗਨ ਕੰਦਨ ਹੋ ਦੁਖ। ਜਿਹੜੇ ਬੰਦਨਾ ਕਰਨ ਯੋਗ ਹਨ, ਨਮਸਕਾਰ ਕਰਨ ਯੋਗ ਹਨ, ਔਰ ਸਭ ਪ੍ਰਕਾਰ ਦੇ ਦੁੱਖਾਂ ਦਾ ਖਾਤਮਾ ਕਰਨ ਵਾਲੇ ਹਨ। ਅੰਦਰ ਜੋ ਸ਼ੁਭ ਗ੍ਰੰਥ ਰਚਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੋਹਣਾ ਖਾਲਸਾ ਪੰਥ ਇਹ ਸੰਸਾਰ ਵਿੱਚ ਅਕਾਲ ਪੁਰਖ ਦੀ ਮੌਜ ਵਿੱਚ ਪ੍ਰਗਟ ਕੀਤਾ ਹੈ, ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਗ੍ਰੰਥ ਗੁਰੂ ਪੈਦਾ ਕੀਤਾ। ਅਰ ਪੁੰਜ ਪਤਿਓ ਅਰ ਪੈਂਡ ਲਿਓ ਸੁਖ। ਔਰ ਜਿਹੜੇ ਵੈਰੀਆਂ ਦੇ ਪੁੰਜ ਝੁੰਡਾਂ ਦੇ ਝੁੰਡ ਹਨ ਉਹਨਾਂ ਨੂੰ ਖਪਾ ਦਿੱਤਾ, ਮਾਰ ਦਿੱਤਾ,
ਔਰ ਸੁੱਖਾਂ ਦੀ ਇਕੱਤਰਤਾ ਕੀਤੀ। ਤੇਜ ਵਿਸ਼ਾਲ ਕਿਰਪਾਲ ਸਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਹਮੇਸ਼ਾ ਹੀ ਬੜਾ ਵਿਸ਼ਾਲ ਹੈ। ਬਿਰਸਿਓ ਅਰਬਿੰਦ ਬਿਲੰਦ ਪੈ ਮੁਖ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਜਿਹੜਾ ਮੁਖੜਾ ਹੈ ਸੋ ਕਮਲ ਫੁੱਲਾਂ ਦੀ ਤਰ੍ਹਾਂ ਵਿਗਸਿਆ ਹੋਇਆ ਖਿੜਿਆ ਹੋਇਆ ਹੈ। ਸਤਿਗੁਰੂ ਦੇ ਮੁਖ ਦੀ ਸ਼ੋਭਾ ਬੜੀ ਜਾਗਰਤ ਹੋ ਰਹੀ ਹੈ। ਹਿੰਦਨ ਬ੍ਰਿੰਦ ਕੀ ਲਾਜ ਰਖੀ। ਉਹ ਕਲਗੀਧਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆ ਹਿੰਦ ਵਾਸੀਆਂ ਦੀ ਲੱਜਿਆ ਰੱਖੀ ਹੈ। ਤੁਰਕਾਨ ਪ੍ਰਤਾਪ ਖਪਾਏ ਰਸੇ ਤੋ ਚੱਕ। ਔਰ ਥੋੜੇ ਵੀਰ ਰਸ ਦੇ ਵਿੱਚ ਆ ਕੇ ਗੁੱਸੇ ਵਿੱਚ ਆ ਕੇ ਤੁਰਕਾਂ ਨੂੰ ਖਪਾ ਦਿੱਤਾ ਹੈ। ਤੁਰਕਾਂ ਦਾ ਤੇਜ ਪ੍ਰਤਾਪ ਖਤਮ ਕੀਤਾ ਹੈ। ਉਹ ਤਕਲਾਹਲ ਦੇ ਮਨ ਮੈਂ। ਔਰ ਇਸ ਪ੍ਰਕਾਰ ਦੇਵਤਿਆਂ ਦੇ ਵਿੱਚ ਬਹੁਤ ਉਤਸ਼ਾਹ ਹੋ ਰਿਹਾ ਹੈ। ਬਨ ਦੇਵ ਬਦੂ ਬਹੁ ਨਚਤ ਹੈ। ਔਰ ਦੇਵਤਿਆਂ ਦੀਆਂ ਘਰ ਵਾਲੀਆਂ ਜਿਹੜੀਆਂ ਦੇਵੀਆਂ ਹਨ ਉਹ ਖੁਸ਼ੀ ਦੇ ਵਿੱਚ ਆਨੰਦ ਦੇ ਵਿੱਚ ਆ ਕੇ ਨੱਚਦੀਆਂ ਹਨ। ਮੰਗਲ ਕੋ ਸਰਬੰਗ ਧਰੈ। ਸਾਰੇ ਪਾਸੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਜੈ ਬਾਗੋ ਤੰਗੋ ਚਾਵਾਚਤ ਹੈ। ਔਰ ਉੱਚੀ ਧੁਨ ਦੇ ਵਿੱਚ ਸਤਿਗੁਰੂ ਦੀ ਜੈ ਜੈਕਾਰ ਦੇ ਵਾਕ ਉਚਾਰੇ ਜਾ ਰਹੇ ਹਨ। ਬਾਜਤ ਬ੍ਰਿੰਦ ਮਦੰਗ ਉਪੰਗ। ਬਹੁਤ ਸਾਰੇ ਨਗਾਰੇ ਔਰ ਇਸੇ ਪ੍ਰਕਾਰ ਨਸਤਰੰਗ ਨਾਮੇ ਬਾਜਾ ਜਿਹੜਾ ਗਲੇ ਨਾਲ ਵੱਜਦਾ ਹੈ ਉਹ ਵਜਾਏ ਜਾ ਰਹੇ ਹਨ। ਮਚੰਗ ਸੁਰੰਗਨ ਰਾਜਤ ਹੈ। ਇਸ ਪ੍ਰਕਾਰ ਸਾਰੰਗੀ ਅਤੇ ਹੋਰ ਜਿਹੜੇ ਸਾਜ਼ ਹਨ ਵਜਾਏ ਜਾ ਰਹੇ ਹਨ। ਜਾਜਤ ਦਰਸ਼ਨ ਪ੍ਰਸੰਨੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸਾਰੇ ਹੀ ਪ੍ਰਸੰਨਤਾ ਖੁਸ਼ੀ ਪ੍ਰਾਪਤ ਕਰ ਰਹੇ ਹਨ। ਧੰਨ ਗੁਰੂ ਮੁਦ ਮਾਚਤ ਹੈ। ਔਰ ਇਸ ਪ੍ਰਕਾਰ ਖੁਸ਼ੀ ਵਿੱਚ ਸਾਰੇ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਉਂ ਕਹਿ ਰਹੇ ਹਨ। ਸ੍ਰੀ ਗੁਰੂ ਤੇਗ ਬਹਾਦਰ ਆਨੰਦਪੁਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੋਹਣੇ ਸੁਪੁੱਤਰ ਦੇ ਆਦਰ ਕਾਰਨ ਦੇਵ ਮਿਲੇ। ਉਹਨਾਂ ਦਾ ਆਦਰ ਸਤਿਕਾਰ ਕਰਨ ਵਾਸਤੇ ਸਾਰੇ ਦੇਵਤੇ ਮਿਲੇ ਹਨ। ਧੀਰ ਬਹਾਦਰ ਕੋ ਅਵਲੋਕ। ਔਰ ਸਤਿਗੁਰੂ ਜੀ ਜਿਹੜੇ ਬੜੇ ਧੀਰਜ ਵਾਲੇ ਔਰ ਬੜੀ ਬਹਾਦਰੀ ਵਾਲੇ ਸੂਰਮੇ ਹਨ ਉਹਨਾਂ ਦੇ ਦਰਸ਼ਨ ਕਰਕੇ ਅਸ਼ੋਕ ਭਏ ਗਨ ਸੰਗ ਚਲੇ। ਸਾਰੇ ਜਿੰਨੇ ਦੇਵਤੇ ਹਨ ਅਸ਼ੋਕ ਤੋਂ ਰਹਿਤ ਦੁੱਖਾਂ ਤੋਂ ਰਹਿਤ ਹੋ ਕੇ ਨਾਲ ਚੱਲ ਪਏ। ਸ੍ਰੀ ਪ੍ਰਭ ਹੇਰ ਸਮੋਹਨ ਕੋ। ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਨੂੰ ਮਿਲਦੇ ਹਨ ਦੇਖਦੇ ਹਨ। ਮਿਲ ਰੀਤ ਜਤੋ ਜਤ ਕੀਨ ਭਲੇ। ਔਰ ਜਥਾ ਭਲੀ ਰੀਤ ਸੀ ਜਿਸ ਪ੍ਰਕਾਰ ਉਸ ਪ੍ਰਕਾਰ ਸਤਿਗੁਰੂ ਨੇ ਸਾਰੀ ਰੀਤੀ ਕੀਤੀ ਰਸਮ ਨਿਭਾਈ। ਕੌਤਕ ਵੈ ਤੁਸਾਨ ਪੇ। ਇਉਂ ਜਿਹੜੇ ਬੜੇ ਉਤਸ਼ਾਹ ਵਾਲੇ ਚੋਜ ਹੋ ਰਹੇ ਹਨ। ਇਨ ਆਪਸ ਮੈਂ ਹਰ ਖਾਏ ਚਲੇ। ਇਉਂ ਆਪਸ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੇਵੀ ਦੇਵਤਿਆਂ ਦੇ ਵਾਚਨ ਕਰਦੇ ਹੋਏ ਬੜੇ ਉਤਸ਼ਾਹ ਦੇ ਸਹਿਤ ਖੁਸ਼ੀ ਸਹਿਤ ਚੱਲੇ ਹਨ ਸੱਚਖੰਡ ਨੂੰ। ਦੋਹਰਾ ਇਸ ਪ੍ਰਕਾਰ ਸਰਲੋਕ ਮਹਿ। ਇਸ ਪ੍ਰਕਾਰ ਸਵਰਗ ਲੋਕ ਦੇ ਵਿੱਚ ਦੇਵਨ ਉਤ ਸਭ ਕੀਨ। ਸਾਰੇ ਦੇਵੀ ਦੇਵਤਿਆਂ ਨੇ ਬੜਾ ਉਤਸ਼ਾਹ ਕੀਤਾ ਖੁਸ਼ੀਆਂ ਮਨਾਈਆਂ। ਔਰ ਪੌਰ ਸਭ ਠੌਰ ਮਹਿ। ਹਾਂ ਪੌੜ ਪੌੜ ਹਰ ਇੱਕ ਦਰਵਾਜ਼ੇ ਹਰ ਇੱਕ ਦੁਆਰੇ ਤੇ ਸਭ ਜਗ੍ਹਾ ਦੇ ਉੱਤੇ ਮੰਗਲ ਮੋਦ ਪਰਮੀਨ। ਬੜੇ ਮੰਗਲ ਖੁਸ਼ੀਆਂ ਮਨਾਈਆਂ ਗਈਆਂ। ਮੌਦ ਪ੍ਰਵੀਨ ਜਿਹੜੇ ਸਿਆਣੇ ਸਾਰੇ ਦੇਵੀ ਦੇਵਤੇ ਸਨ ਖੁਸ਼ ਹੋਏ। ਸੋਈਆ ਸ਼ੋਰ ਕੈ ਪੌਰ ਕੀ ਠੌਰ ਕਨਾਤ ਤੇ। ਇੱਧਰ ਨੰਦੇੜ ਸਾਹਿਬ ਦੀ ਧਰਤੀ ਦੇ ਉੱਤੇ ਜਿਹੜੀ ਕਨਾਤ ਹੈ ਉਹ ਕਨਾਤ ਦਾ ਜਿਹੜਾ ਦਰਵਾਜ਼ਾ ਛੱਡ ਕੇ ਬਾਰਿਆਨ ਤੇਰੇ ਸਮੁਦਾਇਆ। ਸਾਰੇ ਸਿੱਖ ਸਤਿਗੁਰੂ ਦਾ ਹੁਕਮ ਮੰਨ ਕੇ ਬਾਹਰ ਆ ਕੇ ਸਥਿਤ ਹੋ ਗਏ। ਬੈਠ ਗਏ ਗਨ ਸਿੰਘ ਚੌਂਦਸ। ਉਸ ਕਨਾਤ ਦੇ ਚਾਰੇ ਪਾਸੇ ਸਿੰਘ ਦਾ ਸਮੂਹ ਸਿੰਘਾਂ ਦਾ ਜਥਾ ਬੈਠ ਗਿਆ। ਲੋਚਨ ਤੇ ਜਲ ਪੁੰਜ ਬਹਾਇਆ। ਸਾਰਿਆਂ ਨੇ ਆਪਣੇ ਨੇਤਰਾਂ ਵਿੱਚੋਂ ਬਹੁਤ ਨੀਰ ਬਹਾਇਆ। ਅਥਰੂ ਚੱਲੇ ਸਭ ਦੇ। ਸੂਰਤ ਸ੍ਰੀ ਗੁਰੂ ਮ੍ਰਿਦ ਮੂਰਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਹਣੀ ਸੂਰਤ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਿੱਠੇ ਬੋਲਾਂ ਨੂੰ ਸਤਿਗੁਰੂ ਜੀ ਦੀ ਸੋਹਣੀ ਮੂਰਤ ਨੂੰ ਸਾਰੇ ਧਿਆਨ ਧਰਦੇ ਹਨ। ਧਿਆਨ ਧਰੇ ਮਨ ਕੋ ਠਹਿਰਾਇਆ। ਇਉਂ ਸਤਿਗੁਰੂ ਜੀ ਦੇ ਸਰੂਪ ਦਾ ਧਿਆਨ ਧਰ ਕੇ ਸਾਰਿਆਂ ਨੇ ਆਪਣੇ ਮਨ ਨੂੰ ਠਹਿਰਾਉਣ ਦਾ ਯਤਨ ਕੀਤਾ। ਬ੍ਰਿੰਦ ਭਲੇ ਗਨ ਕੋ ਸੁਮਰੇ। ਸਾਰੇ ਜਿਹੜੇ ਭਲੇ ਗੁਰਸਿੱਖ ਹਨ ਸਤਿਗੁਰੂ ਜੀ ਦੇ ਚੰਗੇ ਸ਼ੁਭ ਗੁਣਾਂ ਨੂੰ ਚੇਤੇ ਕਰਦੇ ਹਨ। ਸੁਭ ਸ਼ੀਲ ਸਰਾਹਤ ਦੀਰਘ ਦਾਇਆ। ਸਾਰੇ ਕਹਿੰਦੇ ਹਨ ਸਤਿਗੁਰੂ ਦਾ ਸੁਭਾਅ ਬੜਾ ਸੀਲ ਸੁਭਾਅ ਸੀ ਬੜਾ ਠੰਡਾ ਸੁਭਾਅ ਸੀ
ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਹੀ ਦਇਆ ਵਾਲੇ ਸੁਭਾਅ ਦੀ ਸਲਾਹੁਤਾ ਕਰਦੇ ਹਨ। ਸ੍ਰੀ ਪ੍ਰਭ ਸਿੰਘ ਕਤੰਬ ਪੰਜਾਬ ਕੇ ਨਾਲੇ ਸਿੰਘ ਕਹਿੰਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਜਿੰਨੇ ਆ ਸਾਰੇ ਸਿੰਘ ਹਨ ਪੰਜਾਬ ਤੋਂ ਆਏ ਹੋਏ। ਕੌਣ ਲੰਬ ਇਨਾਮ ਕੀਰਾ ਮਹਾਰਾਜ ਆ ਪ੍ਰਦੇਸ਼ ਦੇ ਵਿੱਚ ਹਜੂਰ ਸਾਹਿਬ ਦੀ ਨੰਦੇੜ ਦੀ ਧਰਤੀ ਉੱਤੇ ਸਾਡਾ ਹੁਣ ਆਸਰਾ ਕਿਹੜਾ ਹੈ। ਕੌਣ ਕੇ ਹੋਏ ਸੁਨੀਪ ਧਰੈ ਨਿਤ ਮਹਾਰਾਜ ਹੁਣ ਅਸੀਂ ਕਿਹਦੇ ਨੇੜੇ ਜਾ ਕੇ ਬੈਠਿਆ ਕਰਾਂਗੇ ਨਿੱਤਾ ਪ੍ਰਤੀ। ਕਾਹੇ ਪਿਠੈ ਸਭ ਸੰਜ ਸਵੇਰਾ ਕਿਸ ਦੇ ਦਰਸ਼ਨ ਕਰਿਆ ਕਰਾਂਗੇ ਸਵੇਰੇ ਸ਼ਾਮ ਨੂੰ। ਸ੍ਰੀ ਮੁਕਤੇ ਬਿਨ ਚਾਰ ਕਿਰਾ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਹੁਣ ਕਿਸ ਦੇ ਮੁਖਾਰ ਬਿੰਦ ਤੋਂ ਸੋਹਣੇ ਬਚਨ ਸੁਣਿਆ ਕਰਾਂਗੇ। ਤੇ ਉਪਦੇਸ਼ ਸੁਨੇ ਘਰ ਘੇਰਾ ਮਹਾਰਾਜ ਕਿਸ ਦਾ ਉਪਦੇਸ਼ ਸੁਣਿਆ ਕਰਾਂਗੇ ਘੇਰਾ ਘੱਤ ਕੇ। ਕਿਸ ਦੇ ਕੋਲ ਜਾ ਕੇ ਉਪਦੇਸ਼ ਸਿੱਖਿਆ ਲਿਆ ਕਰਾਂਗੇ। ਦੇਖ ਕਿਸੇ ਹਮ ਆਨੰਦ ਪਾਵੇਂ ਮਹਾਰਾਜ ਕਿਹਨੂੰ ਦੇਖ ਦੇਖ ਕੇ ਅਸੀਂ ਪ੍ਰਸੰਨ ਹੋਇਆ ਕਰੀਏ ਹੁਣ। ਲੋਕ ਚੋਂ ਵਿਸ਼ਵਾਸ ਵਡੇਰਾ ਮਹਾਰਾਜ ਸੱਚੇ ਪਾਤਸ਼ਾਹ ਦੋਹਾਂ ਲੋਕਾਂ ਦੇ ਵਿੱਚ ਲੋਕ ਅਤੇ ਪਰਲੋਕ ਦੇ ਵਿੱਚ ਵੱਡਾ ਵਿਸ਼ਵਾਸ ਸੀ ਸਾਨੂੰ ਤੁਹਾਡੇ ਤੇ। ਲੋਚਨ ਤੇ ਜਲ ਮੋਚਤ ਸੋਚਤ ਇਉਂ ਸੋਚਾਂ ਸੋਚਦਿਆਂ ਹੋਇਆਂ ਮਨ ਦੇ ਵਿੱਚ ਵਿਚਾਰਾਂ ਕਰਦਿਆਂ ਹੋਇਆਂ ਨੇਤਰਾਂ ਵਿੱਚੋਂ ਨੀਰ ਵਹਿੰਦਾ ਹੈ ਸਿੱਖਾਂ ਦੇ। ਨਿਮਰ ਕਰੈ ਮੁਖ ਹੀਤ ਤੁਜਤਾਈ ਔਰ ਬੜੀ ਚਿੱਤੀ ਦੇ ਵਿੱਚ ਪਏ ਹੋਏ ਸਿੱਖ ਆਪਣੀਆਂ ਧੌਣਾਂ ਨੀਵੀਆਂ ਕਰਕੇ ਬੈਠੇ ਹਨ। ਏਕ ਕੇ ਸੰਗ ਨ ਦੂਸਰ ਬੋਲਤ ਕੋਈ ਵੀ ਇੱਕ ਦੂਜੇ ਦੇ ਨਾਲ ਬੋਲ ਨਹੀਂ ਰਿਹਾ। ਇੱਕ ਸਿੱਖ ਦੂਜੇ ਨਾਲ ਗੱਲਬਾਤ ਨਹੀਂ ਕਰਦਾ। ਦੇਖਨ ਕੋ ਨ ਦ੍ਰਿਟ ਚਲਾਈ ਔਰ ਨਾ ਹੀ ਇੱਕ ਦੂਜੇ ਵੱਲ ਦੇਖਣ ਵਾਸਤੇ ਹੀ ਨਜ਼ਰ ਚਲਾਉਂਦੇ ਹਨ। ਜਿਉ ਕੋ ਨਾਗਨ ਕੀ ਮਨ ਏਕ ਜਿਵੇਂ ਬਹੁਤ ਸਾਰੇ ਨਾਗਾਂ ਦੀ ਇੱਕ ਮਣੀ ਭਈ ਕਿਤ ਲੋਪ ਨਹੀਂ ਪੁਨ ਪਾਈ ਕਿਤੇ ਅਲੋਪ ਹੋ ਗਈ ਹੋਵੇ, ਉਹਨਾਂ ਦੇ ਕੋਲੋਂ ਗਵਾਚ ਗਈ ਹੋਵੇ, ਖੁੱਸ ਗਈ ਹੋਵੇ ਤੇ ਦੁਬਾਰਾ ਉਹਨਾਂ ਨੂੰ ਪ੍ਰਾਪਤ ਨਾ ਹੋਈ ਹੋਵੇ। ਭਾਗ ਵਿਹੀਨ ਬਜੋਗ ਸਹਿਓ ਇਉਂ ਸਾਰੇ ਸਿੱਖ ਬੜੇ ਸ਼ੋਕ ਗ੍ਰਸਤ ਹੋ ਕੇ ਬੈਠੇ ਹਨ ਤੇ ਆਪਣੇ ਆਪਣੇ ਮਨਾਂ ਵਿੱਚ ਸੋਚਦੇ ਹਨ ਕਿ ਅਸੀਂ ਭਾਗਾਂ ਤੋਂ ਹੀਣੇ ਹਾਂ ਜਿਨ੍ਹਾਂ ਨੇ ਸਤਿਗੁਰੂ ਦਾ ਵਿਛੋੜਾ ਸਹਾਰ ਲਿਆ। ਗੁਰ ਸੰਗ ਗਏ ਨਾ ਸਰੀਰ ਭਾਈ ਅਸੀਂ ਕਿਉਂ ਨਾ ਆਪਣਾ ਸਰੀਰ ਛੱਡ ਕੇ ਸਤਿਗੁਰੂ ਜੀ ਦੇ ਨਾਲ ਹੀ ਸੱਚਖੰਡ ਨੂੰ ਚਲੇ ਗਏ। ਏਕੋ ਪ੍ਰੀਤ ਪਤੰਗਨ ਕੀ ਕਹਿੰਦੇ ਦੇਖੋ ਜਿਹੜੇ ਪਤੰਗੇ ਐ ਉਹਨਾਂ ਦੇ ਨਾਲ ਜਿਹੜੀ ਪ੍ਰੀਤੀ ਹੈ ਅਗਨੀ ਦੇ ਨਾਲ ਉਹਨਾਂ ਦੀ। ਛਿਨ ਮੈਂ ਤਨ ਦੇਤ ਬਲੋਕ ਪ੍ਰਕਾਸ਼ਾ ਉਹ ਪ੍ਰਕਾਸ਼ ਦੇਖ ਕੇ ਚਾਨਣਾ ਦੇਖ ਕੇ ਇੰਨਾ ਪ੍ਰੇਮ ਕਰਦੇ ਆ ਆਪਣਾ ਤਨ ਤਿਆਗ ਦਿੰਦੇ ਆ, ਜਾ ਕੇ ਆਪਣੇ ਖੰਭ ਸਾੜ ਲੈਂਦੇ ਹਨ। ਨਾਦ ਸੁਨੇ ਐਲਾਦਰ ਦੇ ਕਰ ਔਰ ਘੰਡੇ ਹੇੜੇ ਦਾ ਨਾਦ ਸੁਣ ਕੇ ਆਵਾਜ਼ ਸੁਣ ਕੇ ਮਨ ਵਿੱਚ ਪ੍ਰੇਮ ਕਰਕੇ ਵੈ ਉਸਮਾਦ ਤੇ ਏਨਾ ਬਿਨਾਸਾ ਤੇ ਜਿਹੜਾ ਬੜਾ ਹੈਰਾਨੀ ਦੀ ਗੱਲ ਹੈ ਵੀ ਜਿਹੜਾ ਹਿਰਨ ਹੈ ਘੰਡੇ ਹੇੜੇ ਦਾ ਨਾਦ ਸੁਣ ਕੇ ਆਪਣੀ ਜਾਨ ਗਵਾ ਦਿੰਦਾ ਹੈ। ਏਕ ਸੁਗੰਧ ਤੇ ਅੰਧ ਮਧੂਬ੍ਰਿਤ ਔਰ ਇੱਕ ਸੁਗੰਧੀ ਇੱਕ ਖੁਸ਼ਬੂ ਦੇ ਕਰਕੇ ਖੁਸ਼ਬੂ ਦੇ ਪ੍ਰੇਮ ਦੇ ਵਿੱਚ ਅੰਨਾ ਹੋਇਆ ਜਿਹੜਾ ਮਧੂ ਭੌਰਾ ਹੈ। ਸ਼ੋਰਤ ਨਾਇ ਪ੍ਰਮੋਦ ਮੈਂ ਫਾਸਾ ਉਹ ਕਹਿੰਦੇ ਛੱਡਦਾ ਨਹੀਂ ਫੁੱਲ ਨੂੰ, ਸਗੋਂ ਉਹਦੀ ਸੁਗੰਧੀ ਦੇ ਵਿੱਚ ਫੁੱਲ ਦੇ ਵਿੱਚ ਹੀ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਮੀਨ ਰਹਿ ਜਲ ਤੇ ਸੁਤ ਸੋ ਔਰ ਇਸੇ ਪ੍ਰਕਾਰ ਮੱਛੀ ਹੈ ਜਿਹੜੀ ਉਹ ਪਾਣੀ ਤੋਂ ਬਿਨਾ ਨਹੀਂ ਰਹਿੰਦੀ। ਬਿਸਰੇ ਮਰ ਜਾਤ ਸੋ ਪ੍ਰੇਮੋ ਪਾਸਾ ਉਹ ਪਾਣੀ ਤੋਂ ਉਹਨੂੰ ਵਿਛੋੜ ਦੇਈਏ, ਪਾਣੀ ਤੋਂ ਉਹਦਾ ਵਿਛੋੜਾ ਹੋ ਜਾਵੇ ਨਾ ਤੇ ਉਹ ਮਰ ਜਾਂਦੀ ਹੈ। ਉਹਦੀ ਐਸੀ ਪ੍ਰੇਮ ਵਾਲੀ ਪਾਣੀ ਦੇ ਨਾਲ ਉਪਾਸ਼ਨਾ ਹੈ, ਭਗਤੀ ਹੈ। ਜਾਏ ਜੰਤ ਮਲੀਨ ਮਹਾ ਸਿੱਖ ਸੋਚਦੇ ਆ ਵੀ ਇਹ ਜਿਹੜੇ ਜੀਵ ਜੰਤੂ ਹੈ ਇਹ ਕੀ ਹਨ ਜਿਹੜੇ ਬੜੇ ਮਲੀਨ ਹਨ। ਕਰ ਪ੍ਰੇਮ ਕੋ ਦੇਤ ਹੈ ਆਪਣੇ ਪ੍ਰਾਨਾ ਪਰ ਫਿਰ ਵੀ ਦੇਖੋ ਜੀਵ ਜੰਤੂ ਤਾਂ ਮਲੀਨ ਹੈ ਪਰ ਪ੍ਰੇਮ ਦੇ ਵਿੱਚ ਆ ਕੇ ਆਪਣੇ ਪ੍ਰਾਣ ਤਿਆਗ ਦਿੰਦੇ ਹਨ। ਹੈ ਮਰੋ ਤਨ ਮਾਨਕ ਕੈ ਸਭ ਪਰ ਸਾਡਾ ਤਾਂ ਸਾਰਿਆਂ ਦਾ ਜਿਹੜਾ ਤਨ ਹੈ ਸਰੀਰ ਹੈ ਇਹ ਮਨੁੱਖਾਂ ਵਾਲਾ ਹੈ। ਜਾਣਤ ਹੈ ਮਨ ਲਾਭ ਰੋਹਨਾ ਔਰ ਸਾਡਾ ਮਨ ਵੀ ਸਭ ਕੁਝ ਜਾਣਦਾ ਸਾਨੂੰ ਕਿਸ ਚੀਜ਼ ਦੇ ਵਿੱਚ ਲਾਭ ਹੈ ਕਿਸ ਚੀਜ਼ ਵਿੱਚ ਹਾਨੀ ਹੈ। ਸ੍ਰੀ ਗੁਰ ਪ੍ਰੀਤ ਸਦਾ ਸੁਖਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰੇਮ ਜਿਹੜਾ ਸਦਾ ਹੀ ਸੁਖਦਾਈ ਹੈ। ਦੋਇ ਲੋਕਨ ਮੈਂ ਕਰਤੀ ਸੋ ਕਲਿਆਣਾ ਔਰ ਦੋਹਾਂ ਲੋਕਾਂ ਦੇ ਵਿੱਚ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਾਨੂੰ ਮੁਕਤੀ ਬਖਸ਼ਣ ਵਾਲਾ ਹੈ। ਸੋ ਹਮ ਜਾਨ ਮਹਾਤਮ ਕੋ
ਪਰ ਅਸੀਂ ਸਤਿਗੁਰੂ ਜੀ ਦੇ ਉਹ ਪ੍ਰੇਮ ਦੇ ਮਹਾਤਮ ਨੂੰ ਜਾਣਦਿਆਂ ਹੋਇਆਂ ਵੀ ਨਿਰਭਾਏ ਨ ਕੀਨ ਭਏ ਅਣਜਾਨਾ ਅਸੀਂ ਅਣਜਾਣ ਹੀ ਰਹੇ, ਆਪਣਾ ਪ੍ਰੇਮ ਸਤਿਗੁਰੂ ਨਾਲ ਨਿਭਾਇਆ ਨਾ। ਭਾਨ ਤੇ ਨਿਖਲੋ ਹਮਰੋ ਉਰ ਸਾਡੇ ਤਾਂ ਜਿਹੜੇ ਹਿਰਦੇ ਐ ਪੱਥਰਾਂ ਨਾਲੋਂ ਵੀ ਕਠੋਰ ਹਨ। ਪ੍ਰੀਤਮ ਕੋਇਰ ਵਿਯੋਗ ਸਹਾਰਾ ਅਸੀਂ ਆਪਣੇ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਵਿਛੋੜਾ ਸਹਾਰ ਲਿਆ ਹੈ। ਜਾਹੇ ਬਿਨਾ ਸੋ ਲੇਖ ਨਹੀਂ ਸੋ ਜਿਸ ਸਤਿਗੁਰੂ ਪਾਤਸ਼ਾਹ ਜੀ ਤੋਂ ਬਿਨਾਂ ਸੁੱਖ ਦਾ ਜਿਹੜਾ ਲੇਸ ਮਾਤਰ ਵੀ, ਰੰਚਕ ਮਾਤਰ ਵੀ ਸਾਨੂੰ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਦੋਇ ਲੋਕਨ ਕੋ ਪ੍ਰਭ ਮਾਲਕ ਭਾਰਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੋਹਾਂ ਲੋਕਾਂ ਦੇ ਮਾਲਕ ਹਨ। ਤਾਂ ਬਿਨ ਬੈਠ ਰਹੇ ਬਨ ਦੀਨ ਅਸੀਂ ਉਹਨਾਂ ਤੋਂ ਬਿਨਾਂ ਅੱਜ ਨਿਮਾਣੇ ਨਿਤਾਣੇ ਹੋ ਕੇ ਬੈਠੇ ਹਾਂ। ਗਏ ਨੇ ਸਾਥ ਜੋ ਨਾ ਤੋ ਦਾਰਾ ਅਸੀਂ ਕਿਉਂ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਤਨ ਤਿਆਗ ਕੇ ਚਲੇ ਗਏ, ਜਿਹੜੇ ਸਤਿਗੁਰੂ ਜੀ ਸਾਡੇ ਸ੍ਰੇਸ਼ਟ ਹਨ। ਪੂਰਬ ਸੂਰਤ ਹੈ ਬਨ ਮੂਰਤ ਇਉਂ ਸਾਰੇ ਸਿੱਖ ਜਿਹੜੇ ਸਾਧ ਸੰਗਤ ਬੈਠੇ ਹੋਏ ਝੂਰਦੇ ਹਨ। ਅੰਗ ਡੋਲ ਕਰੇ ਇੱਕ ਸਾਰਾ ਮੂਰਤ ਜਾ ਵਾਂਗੂ ਐ ਇੱਕ ਥਾਂ ਟਿਕ ਕੇ ਬੈਠੇ ਆ, ਅਡੋਲ ਇੱਕੋ ਹੀ ਥਾਂ ਟਿਕੇ ਬੈਠੇ ਆ, ਹਿਲਦੇ ਜੁਲਦੇ ਨਹੀਂ। ਸ੍ਰੀ ਗੁਰ ਆਇ ਸੁਖੇ ਬਸ ਲੈ ਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਅਧੀਨ ਹੋ ਕੇ ਪ੍ਰਾਤ ਲੜਾਓ ਚਾਹੂੰ ਔਰ ਤੇਰੇ ਸਵੇਰ ਤੱਕ ਜਿਹੜੇ ਸਾਰੇ ਸਿੱਖ ਹੈ, ਸਤਿਗੁਰੂ ਨੇ ਹੁਕਮ ਕੀਤਾ ਸੀ ਕਿ ਬਾਹਰ ਬੈਠ ਜਾਣਾ, ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਨਾ ਹੈ। ਸਵੇਰ ਤੱਕ ਸਾਰੇ ਸਿੱਖ ਉਸ ਕਨਾਤ ਦੇ ਚਾਰੇ ਪਾਸੇ ਚਿਖਾ ਦੇ ਬੈਠੇ ਰਹੇ। ਦਾਸ ਤਰੰਗਨ ਮੈਂ ਗਮਨਿਓ ਏਕ ਇੱਧਰ ਜਿਹੜਾ ਇਹ ਘੋੜਿਆਂ ਦਾ ਸੇਵਾਦਾਰ ਸੀ, ਜਿਸ ਨੂੰ ਸਤਿਗੁਰੂ ਨੇ ਘੋੜੇ ਤਿਆਰ ਕਰਨ ਵਾਸਤੇ ਭੇਜਿਆ ਸੀ, ਕੁਦਰਤੀ ਉਹ ਤਬੇਲੇ ਵਿੱਚ ਗਿਆ। ਰੰਗ ਕਮੈਤ ਨਾ ਡੀਠ ਪਰੇ ਉਹਨੇ ਜਾ ਕੇ ਕੀ ਦੇਖਿਆ ਕਿ ਸਤਿਗੁਰੂ ਜੀ ਦਾ ਜਿਹੜਾ ਕੁਮੈਤ ਰੰਗ ਦਾ ਘੋੜਾ ਹੈ, ਨੀਲਾ ਅਤੇ ਲਾਲ ਰੰਗ ਦੀ ਭਾ ਜਿਸ ਘੋੜੇ ਦੇ ਸਰੀਰ ਦੇ ਵਿੱਚੋਂ ਮਾਰਦੀ ਹੈ, ਉਹਨੂੰ ਕੁਮੈਤ ਰੰਗ ਕਿਹਾ ਜਾਂਦਾ ਹੈ। ਸੋ ਕੁਮੈਤ ਰੰਗ ਵਾਲਾ ਜਿਹੜਾ ਘੋੜਾ ਉੱਥੇ ਹਾਜ਼ਰ ਨਹੀਂ ਹੈ। ਦਾਮ ਬੁਲੇ ਅਗਵਾਰ ਪਿਸ਼ਾਰ ਔਰ ਘੋੜੇ ਦੀਆਂ ਜਿਹੜੀਆਂ ਅਗਾੜੀਆਂ ਪਛਾੜੀਆਂ ਜਿਹੜੇ ਰੱਸੇ ਬੰਨੇ ਹੁੰਦੇ ਆ ਘੋੜੇ ਦੇ ਪੈਰਾਂ ਦੇ ਨਾਲ, ਉਹ ਵੀ ਖੁੱਲੇ ਪਏ ਹਨ। ਲੋਕ ਦਪਾਤ ਥਾਨ ਪਰੇ ਔਰ ਦੇਖਦਾ ਹੈ ਕਿ ਇਹ ਤਾਂ ਇਸ ਜਗ੍ਹਾ ਦੇ ਉੱਤੇ ਹੀ ਪਏ ਹਨ। ਕੌਣ ਸੇ ਬੰਦ ਲੰਘ ਗਇਓ ਤਿਸਾ ਔਰ ਦੇਖਦਾ ਕਿ ਜੇ ਮੈਂ ਜਿਸ ਤਰ੍ਹਾਂ ਦਰਵਾਜ਼ੇ ਬੰਦ ਕਰਕੇ ਗਿਆ ਸੀ, ਉਹ ਦਰਵਾਜ਼ੇ ਵੀ ਉਸੇ ਤਰ੍ਹਾਂ ਬੰਦ ਹਨ। ਘੋੜਾ ਲੰਘ ਕਿਹੜੇ ਪਾਸੇ ਦੀ ਗਿਆ? ਇਸ ਰੀਤ ਰੇ ਇਹ ਦਵਾਰ ਫਿਰੇ ਜਿਵੇਂ ਮੈਂ ਦਰਵਾਜ਼ੇ ਬੰਦ ਕੀਤੇ ਸਨ, ਉਸੇ ਰੀਤੀ ਦੇ ਨਾਲ ਬਿਲਕੁਲ ਇਹ ਦਰਵਾਜ਼ੇ ਭਿੜੇ ਪਏ ਹਨ, ਬੰਦ ਹਨ ਕਿਵਾੜ। ਆਨ ਬਣਿਓ ਸਭ ਸਿੰਘਾਂ ਬੀਚ ਉਸ ਸੇਵਾਦਾਰ ਨੇ, ਘੋੜਿਆਂ ਵਾਲੇ ਨੇ ਆ ਕੇ ਸਾਰੇ ਸਿੰਘਾਂ ਦੇ ਵਿੱਚ ਇਹ ਗੱਲ ਦੱਸੀ। ਰੰਗ ਕਮੈਤ ਨਹੀਂ ਨਿਜ ਥਾਨੇ ਕਹਿਣ ਲੱਗਾ ਕਿ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਕੁਮੈਤ ਰੰਗ ਦਾ ਜਿਹੜਾ ਘੋੜਾ, ਉਹ ਆਪਣੀ ਜਗ੍ਹਾ ਤੇ ਨਹੀਂ ਹੈ। ਜੀਨ ਕੋ ਪਾਏ ਕੋ ਤਿਆਰ ਕਰੇ ਸਭ ਮੈਂ ਸਾਰੇ ਘੋੜੇ ਜਿਹੜੇ ਆ ਕਾਠੀਆਂ ਪਾ ਕੇ ਤਿਆਰ ਕਰ ਦਿੱਤੇ ਸਨ। ਏਕ ਪੈਰਾ ਬਚੜੇ ਪ੍ਰਸਥਾਨੇ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਮੈਂ ਹੁਕਮ ਮੰਨਿਆ ਸੀ। ਲੱਗਦਾ ਸਤਿਗੁਰੂ ਜੀ ਆਪਣੇ ਉਹ ਜਿਹੜਾ ਬੜਾ ਪਿਆਰਾ ਘੋੜਾ ਸੀ, ਕੁਮੈਤ ਰੰਗ ਦਾ ਨੀਲਾ ਘੋੜਾ, ਉਹਦੇ ਉੱਤੇ ਅਸਵਾਰ ਹੋ ਕੇ ਪ੍ਰਸਥਾਨ ਕਰ ਗਏ ਹਨ, ਚਲੇ ਗਏ ਹਨ। ਸ਼ਰਾਣ ਸੁਨੇ ਬਿਸਮਾਏ ਬਲੋਕਤ ਸੋ ਇਸ ਪ੍ਰਕਾਰ ਜਦੋਂ ਕੰਨਿਆਂ ਦੇ ਨਾਲ ਸਾਰਿਆਂ ਨੇ ਸੁਣਿਆ ਤੇ ਸਾਰੇ ਹੈਰਾਨ ਹੋਏ। ਏਕ ਨਹੀਂ ਹਿਤ ਜਾਂ ਪਰਖਾਨੇ ਕਹਿਣ ਲੱਗਾ ਸਾਰੇ ਘੋੜਿਆਂ ਤੇ ਕਾਠੀਆਂ ਪਾਈਆਂ ਸਨ, ਪਰ ਉਹਨਾਂ ਦੇ ਵਿੱਚੋਂ ਇੱਕ ਨਹੀਂ ਹੈ ਆਪਣੀ ਜਗ੍ਹਾ ਉੱਤੇ। ਔਰ ਕਰੇ ਅਜ ਮੋਸਤ ਅਸ ਸਾਰਿਆਂ ਨੇ ਜਾ ਕੇ ਦੇਖਿਆ ਵੀ ਬਾਕੀ ਜਿਹੜੇ ਘੋੜੇ ਉਹ ਸਾਰੇ ਉਸ ਜਗ੍ਹਾ ਦੇ ਉੱਤੇ ਖੜੇ ਹਨ। ਇਹ ਸੰਦੇ ਭਏ ਕਿ ਮਦਾਨੇ ਸਾਰਿਆਂ ਦੇ ਮਨ ਦੇ ਵਿੱਚ ਇਹ ਸੰਦੇਹ ਪੈਦਾ ਹੋਇਆ, ਇਹ ਸ਼ੱਕ ਪੈਦਾ ਹੋਇਆ ਵੀ ਕਿਵੇਂ ਜਾਣੀਏ ਇਹਨਾਂ ਘੋੜਿਆਂ ਦੀ ਹਾਲਤ, ਕਿਉਂਕਿ ਸਾਰੇ ਘੋੜੇ ਵੀ ਖੜੇ ਅਥਰੂ ਬਹਾ ਰਹੇ ਹਨ। ਦੋਏ ਘਰੀ ਜਬ ਦਿਵਸ ਚੜਿਓ ਉਸ ਤੋਂ ਬਾਅਦ ਖਾਲਸਾ ਜੀ ਜਦੋਂ 2 ਘੜੀਆਂ ਦਿਨ ਦਾ ਚੜ੍ਹਾਅ ਹੋਇਆ, ਬਾਹਰੋ ਚਿਤ ਸੋਚਤ ਸੰਖ
ਸੰਕਟ ਪਾਏ। ਸਾਰੇ ਹੀ ਆਪਣੇ ਮਨ ਦੇ ਵਿੱਚ ਸੋਚਦੇ ਹਨ। ਕੀਰਤਨ ਲਿਆਵਨ ਹਾਰ ਹੋਤੇ। ਇੱਧਰ ਸਤਿਗੁਰੂ ਜੀ ਦੇ ਲੰਗਰਾਂ ਵਿੱਚ ਇੱਕ ਸਿੱਖ ਜਿਹੜਾ ਈਂਧਨ ਲੱਕੜਾਂ ਬਾਲਣ ਲੈ ਕੇ ਆਉਂਦਾ ਸੀ। ਤਿਨ ਬਾਹਰ ਸ੍ਰੀ ਪ੍ਰਭ ਕੋ ਦਰਸਾਏ। ਉਹਨੇ ਬਾਹਰ ਜੰਗਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਘੋੜੇ ਤੇ ਚੜੇ ਹੋਇਆਂ ਦੇ। ਆਏ ਗਇਓ ਪੁਨ ਸਿੰਘਨ ਮੈਂ। ਉਹ ਸਿੱਖ ਜਦੋਂ ਸਿੰਘਾਂ ਦੇ ਕੋਲ ਇੱਥੇ ਨੰਦੇੜ ਸਾਹਿਬ ਵਾਲੀ ਜਗ੍ਹਾ ਪਹੁੰਚਿਆ, ਜੈ ਸ਼ੋਕ ਸਮੇਤ ਹਿਰਦੈ ਸਮੁਦਾਏ। ਆ ਕੇ ਕੀ ਦੇਖਦਾ ਹੈ ਕਿ ਸਾਰੇ ਹੀ ਸਿੰਘ ਬੜੇ ਅਫਸੋਸ ਦੇ ਸਹਿਤ ਹਨ। ਤੇਰ ਕਰ ਹੋਏ ਦੀਨ ਸੰਦੇਸ਼ੈ। ਇਹ ਸਾਰਿਆਂ ਨੂੰ ਦੇਖ ਕੇ ਖੜਾ ਹੋ ਗਿਆ ਤੇ ਬੜੀ ਅਚਰਜਤਾ ਦੇ ਨਾਲ ਕਹਿਣ ਲੱਗਾ, ਮੋਏ ਮਿਲੇ ਗੁਰ ਦੂਰ ਸਦਾਏ। ਕਹਿਣ ਲੱਗਾ ਕਿ ਮੈਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਜੰਗਲ ਵਿੱਚ ਦਰਸ਼ਨ ਦੇ ਕੇ ਗਏ ਹਨ, ਮੈਨੂੰ ਮਿਲੇ ਹਨ ਅੱਜ ਸਵੇਰ ਨੂੰ ਹੀ। ਸ਼੍ਰੀ ਮੁਖ ਤੇ ਫਰਮਾਵਨ ਕੀਨ। ਔਰ ਸਤਿਗੁਰੂ ਨੇ ਮੈਨੂੰ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਵੀ ਕੀਤਾ ਕਹੋ ਸਭ ਸਿੰਘਨ ਕੋ ਸਮਝਾਏ। ਕਿ ਸਾਰੇ ਸਿੰਘਾਂ ਨੂੰ ਜਾ ਕੇ ਸਮਝਾ ਦਿਓ ਆਏ ਤਰੰਗਮ ਤੀਰ ਗਇਓ ਹਮਾ। ਕਿ ਜਿਹੜਾ ਘੋੜਾ ਹੈ ਉਹ ਅਸੀਂ ਆਪਣੇ ਨਾਲ ਲੈ ਗਏ ਹਾਂ। ਵਾਜਨ ਬੈਗ ਬਲੀ ਚੁਪ ਲਾਏ। ਹਾਂ, ਕਮੈਤ ਰੰਗ ਦਾ ਘੋੜਾ ਸਾਡੇ ਕੋਲ ਆ ਗਿਆ ਹੈ, ਜਿਹੜਾ ਘੋੜਾ ਬੜਾ ਬਲੀ ਤੇ ਬੜੀ ਤੇਜ਼ ਚਾਲ ਵਾਲਾ ਹੈ। ਸ਼ੋਕ ਨਾ ਚਿੰਤ ਕਰੋ ਚਿਤ ਮੈਂ। ਇਸ ਕਰਕੇ ਤੁਸੀਂ ਕਿਸੇ ਪ੍ਰਕਾਰ ਦੀ ਚਿੰਤਾ ਆਪਣੇ ਮਨ ਵਿੱਚ ਨਾ ਕਰੋ। ਸਤਨਾਮ ਜਪੋ ਹੋਏ ਅੰਤ ਸਹਾਏ। ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਜਿਹੜਾ ਤੁਹਾਡੇ ਅੰਤ ਸਮੇਂ ਸਹਾਇਕ ਹੋਣਾ ਹੈ। ਜਾਉ ਕੈ ਸ੍ਰੀ ਪ੍ਰਭ ਜਾਤ ਭਏ। ਇਉਂ ਵਚਨ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਕੋਲੋਂ ਜਾਂਦੇ ਭਏ। ਸੁਨ ਕੈ ਗੁਰ ਬਾਤ ਸਬੈ ਸਮਾਏ। ਜਦੋਂ ਸਤਿਗੁਰੂ ਜੀ ਦੇ ਆ ਬਚਨ ਉਸ ਸਿੱਖ ਨੇ ਆ ਕੇ ਸਾਰਿਆਂ ਨੂੰ ਸੁਣਾਏ ਤੇ ਸਭ ਬੜੇ ਹੈਰਾਨ ਹੋਏ। ਦੋਹਰਾ ਸੰਮਤ 17 ਸਹਿਬ ਤੇ। ਸੰਮਤ ਜਿਹੜਾ ਸਾਲ ਹੈ ਉਹ 1700 ਬੀਤਿਆ ਹੈ। ਹੁਣ 65 ਪਹਿਚਾਨ। ਔਰ 1700 ਤੋਂ ਉੱਤੇ 65 ਸਾਲ ਭਾਵ 1765 ਬਿਕਰਮੀ ਹੈ। ਕਾਤਕ ਕੀ ਸੁਧ ਪੰਚਮੀ। ਕੱਤਕ ਮਹੀਨੇ ਦੀ ਸ਼ੁਦੀ ਕਹੀਏ, ਚਾਨਣਾ ਪੱਖ ਤੇ ਪੰਚਮੀ ਦਾ ਦਿਨ। ਨਿਸ ਬੈਕੁੰਠ ਪਿਆਨ। ਇਸ ਰਾਤ ਨੂੰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਨੂੰ ਪਿਆਨਾ ਕੀਤਾ ਹੈ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਪੰਜ ਭੂਤਕ ਸਰੀਰ ਸੰਗਤਾਂ ਤੋਂ ਓਹਲੇ ਕਰ ਗਏ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਜਦੋਂ ਕਿਸੇ ਨੇ ਭਾਵਨਾ ਦੇ ਨਾਲ ਚੇਤਾ ਕੀਤਾ, ਅੱਜ ਵੀ ਕਲਗੀਧਰ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਕੋੜ ਅਸਵਾਰ ਭਾਵਨਾ ਵਾਲਿਆਂ ਨੂੰ ਦਰਸ਼ਨ ਦਿੰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਕਿਤੇ ਗਏ ਨਹੀਂ, ਬਲਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਕੌਤਕ ਵਰਤਾ ਕੇ ਆਪਣਾ ਪੰਜ ਭੂਤਕ ਸਰੀਰ ਸੰਗਤਾਂ ਤੋਂ ਸਾਧ ਸੰਗਤ ਜੀ ਸਿਰਫ ਓਹਲੇ ਕੀਤਾ ਹੋਇਆ ਹੈ। ਅੱਜ ਵੀ ਕਲਗੀਧਰ ਸੱਚੇ ਪਾਤਸ਼ਾਹ ਜੀ ਹਰ ਜਗ੍ਹਾ ਦੇ ਉੱਤੇ ਹਾਜ਼ਰ ਨਾਜ਼ਰ ਹਨ। ਭਾਵਨਾ ਵਾਲੇ ਜਿੱਥੇ ਵੀ ਉਹਨਾਂ ਨੂੰ ਚੇਤੇ ਕਰਦੇ ਹਨ, ਸਦਾ ਅੰਗ ਸੰਗੇ ਅਭੰਗੰ ਬਭੂਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਉੱਥੇ ਹੀ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਹਨ। ਇੱਥੇ ਹੀ ਇਸ ਪ੍ਰਸੰਗ ਦੀ ਸਮਾਪਤੀ ਹੈ। ਅੱਗੇ ਜਿਵੇਂ ਕਲਗੀਧਰ ਸੱਚੇ ਪਾਤਸ਼ਾਹ ਜੀ ਇੱਕ ਹੋਰ ਸੰਤ ਨੂੰ ਦਰਸ਼ਨ ਦੇਣਗੇ ਔਰ ਇਸੇ ਪ੍ਰਕਾਰ ਪੂਨੇ ਸਤਾਰੇ ਦੇ ਕਿਲੇ ਦੇ ਵਿੱਚ ਕੈਦ ਰਾਜਾ ਰੁਸਤਮ ਰਾਓ, ਰਾਜਾ ਬਾਲਾ ਰਾਓ, ਉਹਨਾਂ ਦੀ ਮੁਕਤੀ ਕਰਾਉਣਗੇ। ਸੋ ਇਹ ਪ੍ਰਸੰਗ ਆਪਾਂ ਸਤਿਗੁਰੂ ਦੀ ਕਿਰਪਾ ਨਾਲ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਹਾਜ਼ਰੀਆਂ ਲਵਾਈਏ ਜੀ। ਸੰਮਤ 17 ਸਹਿਬ ਤੇ। ਪੁਨ 65 ਪਹਿਚਾਨ। ਕਾਰਤਕ ਕੀ ਸੁਦ ਪੰਚਮੀ। ਨਿਸ ਬੈਕੁੰਠ ਪਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।